गुड मॉर्निंग 10th क्लास। तो पास टेस्ट ਦੀਆਂ ਤਿਆਰੀਆਂ ਚੱਲਦੀਆਂ ਪਈਆਂ। ਆਪਾਂ ਆਲਰੇਡੀ ਪੇਪਰ ਸੋਲਵ ਕਰ ਚੁੱਕੇ ਹਾਂ। ਐਸਿਡ ਬੇਸਿਸ ਸੋਲਟਸ ਤੇਜ਼ਾਬ ਖਾਰ ਤੇ ਲੂਣ। ਤੇ ਅੱਜ ਅਸੀਂ ਅਗਲਾ ਪੇਪਰ ਸੋਲਵ ਕਰਾਂਗੇ ਜੋ ਹੈ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ, ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਠੀਕ ਹੈ, ਜਿੰਨੇ ਕੁਐਸਚਨਸ ਹੋਣਗੇ ਇਹਦੇ ਇਸ ਪੂਰੇ टाइम दौरान इनू सॉल्व करांगे। तो स्टार्ट करते हैं आप फर्स्ट क्वेश्चन। इंग्लिश पंजाबी मीडियम दोनों दे विच तो जदों अंजलि लैब विच प्रयोग कर रही सी उसनू पता लगा कि मैगनीशियम रिबन नू जलाउण तो पहला रगड़ना पैंदा है। अच्छा जी, टुडे व्हेन अंजलि was performing an experiment in the laboratory she noticed that magnesium ribbon needs to be rubbed before ignition. This has to be done because of ਹੁਣ ਰੀਜ਼ਨ ਦਿੱਤੇ ਹੋਏ ਉਹਨਾਂ ਨੇ। ਹੁਣ ਰੀਜ਼ਨ ਪੜ੍ਹਨ ਤੋਂ ਪਹਿਲਾਂ ਜਦੋਂ ਤੁਸੀਂ ਵਾਲਾ ਐਕਟੀਵਿਟੀ ਜਾਂ ਕਹਿ ਲਓ ਐਕਸਪੈਰੀਮੈਂਟ ਕਰਕੇ ਦੇਖਿਆ ਸੀ, ਇਹ ਤੁਹਾਨੂੰ ਕਰਕੇ ਦਿਖਾਇਆ ਸੀ, ਤਾਂ ਓਬਵੀਅਸਲੀ ਤੁਹਾਨੂੰ ਇੱਦਾਂ ਇੱਕ ਮੈਗਨੀਸ਼ੀਅਮ ਰਿਬਨ ਦਿਖਾਇਆ ਹੋਣਾ ਹੈ ਨਾ। ਅਤੇ ਤੁਹਾਨੂੰ ਕੀ ਕਹਿੰਦੇ ਆ, ਕਹਿੰਦੇ ਪਹਿਲਾਂ ਇਹਨੂੰ ਇਹਦੇ ਨਾਲ ਪ੍ਰੈਕਟੀਕਲ ਕਰਨ ਤੋਂ ਪਹਿਲਾਂ ਇਹਨੂੰ ਰੇਗਮਾਰ ਦੇ ਨਾਲ ਚੰਗੇ ਢੰਗ ਦੇ ਨਾਲ ਸਾਫ਼ ਕਰ ਲਓ, ਇਹਨੂੰ ਰਗੜ ਲਓ ਇੱਥੋਂ ਦੀ। ਕਿਉਂ ਰਗੜ ਲਓ? ਨਹੀਂ ਤਾਂ ਜਦੋਂ ਤੁਸੀਂ ਇਹਨੂੰ ਇਗਨਾਈਟ ਕਰੋਗੇ, ਮਤਲਬ ਇਹਨੂੰ ਜਲਾਉਂਗੇ, ਕੀ ਪ੍ਰੋਡਿਊਸ ਹੁੰਦਾ? ਤੁਸੀਂ ਦੇਖਿਆ ਨਾ, ਵਾਈਟ ਡੈਜ਼ਲਿੰਗ ਲਾਈਟ ਪ੍ਰੋਡਿਊਸ ਹੁੰਦੀ ਹੈ ਨਾ। ਮਤਲਬ ਇੰਨੀ ਕੁ ਤੇਜ਼ ਲਾਈਟ ਹੁੰਦੀ ਹੈ ਕਿ ਅੱਖਾਂ ਨੂੰ ਫੀਲ ਹੁੰਦੀ ਹੈ, ਉਹ ਮਤਲਬ ਅੱਖਾਂ ਥੋੜ੍ਹੀਆਂ ਜਿਹੀਆਂ ਚੁੰਦਿਆ ਆ ਜਾਂਦੀਆਂ ਨੇ ਹੈ ਨਾ। ਤੋ ਇਹ ਪ੍ਰੋਪਰਲੀ ਇਗਨਾਈਟ ਹੋਵੇ, ਪ੍ਰੋਪਰਲੀ ਜਲੇ, ਕੀ ਕਰਨਾ ਚਾਹੀਦਾ? ਇਹਦੇ ਨਾਲ ਇਹਦੇ 'ਤੇ ਕੰਮ ਕਰਨ ਤੋਂ ਪਹਿਲਾਂ ਇਹਨੂੰ ਪ੍ਰੋਪਰਲੀ ਰੇਗ ਮਾਰ ਦੇਣਾ, ਰਗੜ ਲੈਣਾ ਚਾਹੀਦਾ, ਕੋਈ ਰਫ ਸਰਫੇਸ ਦੇ ਨਾਲ ਰਗੜ ਲੈਣਾ ਚਾਹੀਦਾ। ਕਿਉਂ? ਕਿਉਂਕਿ ਇਹਦੇ ਉੱਤੇ ਕੋਈ ਲੇਅਰ ਚੜੀ ਹੁੰਦੀ ਨੇ। ਲੇਅਰ ਚੜੀ ਹੋਊਗੀ ਤਾਂ ਫਿਰ ਕੀ ਹੋਊਗਾ? ਜਦੋਂ ਤੁਸੀਂ ਇਗਨਾਈਟ ਕਰੋਗੇ ਤਾਂ ਪ੍ਰੋਪਰਲੀ ਇਗਨਾਈਟ ਨਹੀਂ ਹੋਊਗਾ। ਜਿਹੜਾ ਰਿਐਕਸ਼ਨ ਤੁਸੀਂ ਕਰਨਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ, ਨਹੀਂ ਹੋਊਗਾ। ਉਹ ਕਿਉਂ ਹੁੰਦਾ? ਆਲੇ ਦੁਆਲੇ ਕੀ ਪਿਆ ਹੋਇਆ? ਅਸੀਂ ਇਹਨੂੰ ਇੱਦਾਂ ਰੱਖਿਆ ਹੋਇਆ ਹੈ ਨਾ, ਅਸੀਂ ਲੈਬ 'ਚ ਵੀ ਇਹਨੂੰ ਇੱਦਾਂ ਰੱਖਿਆ ਹੋਇਆ। ਠੀਕ ਹੈ, ਆਲੇ ਦੁਆਲੇ ਕੀ ਪਿਆ ਹੋਇਆ? ਆਲੇ ਦੁਆਲੇ ਏਅਰ ਹੈ। ਏਅਰ ਦੇ ਵਿੱਚ ਕੌਣ ਕੌਣ ਹੈ? ਏਅਰ ਦੇ ਵਿੱਚ ਬਹੁਤ ਸਾਰੀਆਂ ਗੈਸਿਸ ਹੈ। ਏਅਰ ਦੇ ਵਿੱਚ ਕੀ ਹੈ? ਵਾਟਰ ਵੀ ਹੈ ਨਾ। ਵਾਟਰ ਕਿੱਦਾਂ ਹੈ? ਆਲੇ ਦੁਆਲੇ ਕੀ ਹੈ? ਹਿਊਮਿਡਿਟੀ ਹੈ, ਵੇਪਰਸ ਨੇ ਵਾਟਰ ਦੇ। ਤਾਂ ਇਹਦੇ ਨਾਲ ਕੌਣ ਕੌਣ ਰਿਐਕਟ ਕਰਦਾ? ਇਹਦੇ ਨਾਲ ਪਹਿਲਾਂ ਤਾਂ ਆਕਸੀਜਨ ਰਿਐਕਟ ਕਰਦੀ ਹੈ। ਠੀਕ, ਕੀ ਬਣਾ ਦਿੰਦੀ ਹੈ? ਮੈਗਨੀਸ਼ੀਅਮ ਆਕਸਾਈਡ। ਫਿਰ ਏਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਵੀ ਪਿਆ ਹੋਇਆ, ਅਤੇ ਨਾਲ ਦੀ ਨਾਲ ਤੁਹਾਡੇ ਕੋਲੇ ਕੀ ਪਏ ਹੋਏ ਨੇ? ਹਿਊਮਿਡਿਟੀ ਵੀ ਹੈ। ਉਹ ਕਾਰਬਨ ਡਾਈਆਕਸਾਈਡ ਅਤੇ ਹਿਊਮਿਡਿਟੀ ਵੀ ਕੀ ਕਰਦੇ ਨੇ? ਇਹਦੇ ਨਾਲ ਰਿਐਕਟ ਕਰ ਦਿੰਦੇ ਨੇ ਔਰ ਕੀ ਬਣਾ ਦਿੰਦੇ ਨੇ? ਕਿਹੜੀ ਲੇਅਰ ਚਾੜ ਦਿੰਦੇ ਨੇ ਇਸ ਮੈਗਨੀਸ਼ੀਅਮ ਰਿਬਨ 'ਤੇ? ਉਹ ਲੇਅਰ ਚਾੜ ਦਿੰਦੇ ਨੇ ਕਿਹਦੀ? ਮੈਗਨੀਸ਼ੀਅਮ ਕਾਰਬੋਨੇਟ ਦੀ। ਠੀਕ ਹੈ ਜੀ, ਮੈਗਨੀਸ਼ੀਅਮ ਕਾਰਬੋਨੇਟ ਦੀ ਲੇਅਰ ਚਾੜ ਦਿੰਦੇ ਆ ਮੈਗਨੀਸ਼ੀਅਮ ਆਕਸੀਜਨ ਦੇ ਨਾਲ, ਫਿਰ ਉਸ ਤੋਂ ਬਾਅਦ ਕਾਰਬਨ ਡਾਈਆਕਸਾਈਡ ਦੇ ਨਾਲ ਅਤੇ ਹਿਊਮਿਡਿਟੀ ਦੇ ਨਾਲ, ਸਾਰਿਆਂ ਦੇ ਨਾਲ ਮਿਲ ਕੇ ਕੀ ਕਰ ਲੈਂਦਾ? ਮੈਗਨੀਸ਼ੀਅਮ ਕਾਰਬੋਨੇਟ ਬਣਾ ਦਿੰਦਾ। ਜੇ ਮੈਂ ਕਹਾਂ ਇਹ ਲੇਅਰ ਦਾ ਨੇਚਰ ਕੀ ਹੈ? ਇਹ ਲੇਅਰ ਦਾ ਨੇਚਰ ਆ ਬੇਸਿਕ, ਖਾਰੀ। ਠੀਕ, ਇਹ ਲੇਅਰ ਚੜੀ ਹੁੰਦੀ ਹੈ ਔਰ ਇਸ ਲੇਅਰ ਚੜਨ ਕਰਕੇ ਠੀਕ ਜੋ ਤੁਹਾਡੇ ਕੋਲੇ ਪ੍ਰੋਡਕਟ ਆਉਣਾ ਚਾਹੀਦਾ ਹੈ ਉਹਨਾਂ ਪ੍ਰੋਡਕਟ ਨਹੀਂ ਆਉਂਦਾ। ਠੀਕ ਆ, ਤਾਂ ਇਹਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ? ਸਾਫ਼ ਕਰਨਾ ਚਾਹੀਦਾ। ਕਿਉਂ? ਤਾਂ ਜੋ ਇਹ ਲੇਅਰ ਕੀ ਹੋ ਜਾਏ, ਜਿਹੜੀ ਇਹਦੇ ਉੱਤੇ ਲੇਅਰ, ਹੁਣ ਤੁਸੀਂ ਕਹੋਗੇ ਦਿਖਦੀ ਤਾਂ ਪਈ ਨਹੀਂ ਹੈ, ਦਿਖਦੀ ਨਹੀਂ ਪਈ, ਬਟ ਕੀ ਹੁੰਦਾ? ਇੱਕ ਹੁੰਦਾ ਨਾ ਕਿਸੇ ਮੈਟਲ ਦੀ ਸ਼ਾਈਨ ਹੁੰਦੀ ਹੈ ਨਾ, ਉਹ ਕੀ ਹੁੰਦੀ ਹੈ? ਖਤਮ ਹੋ ਜਾਂਦੀ ਹੈ। ਠੀਕ ਹੈ, ਤਾਂ ਕੀ ਕਰੋ ਤੁਸੀਂ? ਜਿਹੜਾ ਤੁਹਾਡੇ ਕੋਲੇ ਮੈਗਨੀਸ਼ੀਅਮ ਰਿਬਨ ਹੈ ਹਮੇਸ਼ਾ ਨੂੰ ਯੂਜ਼ ਕਰਨ ਤੋਂ ਪਹਿਲਾਂ ਸਾਫ਼ ਕਰੋ। ਕਿਉਂ? ਕਿਉਂਕਿ ਐਟਮੋਸਫੀਅਰ ਦੇ ਵਿੱਚ ਉਹਦੇ ਆਲੇ ਦੁਆਲੇ ਕੀ ਹੈ? ਏਅਰ ਹੈ। ਏਅਰ ਕੀ ਕਰ ਰਹੀ ਹੈ? ਏਅਰ ਜਦੋਂ ਮੈਗਨੀਸ਼ੀਅਮ ਦੇ ਕੰਟੈਕਟ ਵਿੱਚ ਆਉਂਦੀ ਹੈ, ਏਅਰ ਵਿਚਲੀ ਆਕਸੀਜਨ, ਕਾਰਬਨ ਡਾਈਆਕਸਾਈਡ, ਹਿਊਮਿਡਿਟੀ, ਇਹਦੇ ਨਾਲ ਮਿਲ ਕੇ ਮੈਗਨੀਸ਼ੀਅਮ ਕਾਰਬੋਨੇਟ ਬਣਾ ਦਿੰਦੇ ਆ। ਹੁਣ ਤੁਹਾਨੂੰ ਇਹ ਸਭ ਕੁਝ ਪਤਾ ਹੈ। ਹੁਣ ਤੁਸੀਂ ਆਪਸ਼ਨਸ ਦੇ ਵਿੱਚ ਇਹ ਲੱਭਣੀ ਹੈ ਚੀਜ਼। ਤਾਂ ਆਪਸ਼ਨ ਦੇ ਵਿੱਚ ਕੀ ਹੈ? ਇਸ ਉੱਤੇ ਬੇਸਿਕ ਮੈਗਨੀਸ਼ੀਅਮ ਕਾਰਬੋਨੇਟ ਦੀ ਪਰਤ ਚੜੀ ਹੁੰਦੀ ਹੈ। ਆ ਗਈ ਨਾ ਉਹੀ ਚੀਜ਼, ਹੈ ਨਾ। तो बेसिक मैगनीशियम कार्बोनेट। हुण अगे जो भी लिखिया मैगनीशियम ऑक्साइड, मैगनीशियम सल्फाइड, मैगनीशियम क्लोराइड, ये सब कुछ रॉन्ग है। अगर तुहाडा कंसैप्ट क्लीयर है, अगर तुसी एक्टिविटी कीती है एंड एक्टिविटी तो पहला जिहड़ियां प्रिकॉशनस लैणियां चाहीदियां है, ठीक है, जिहड़ियां उहदे प्री एलिमिनरी स्टैप्स हुंदे आ उहनूं करन तो पहला जिहड़े उहनूं ध्यान च रखना चाहिए। अगर तुसी उह समझे होए तो तुहाडा क्वेश्चन कदी भी गलत नहीं हो सकता। ठीक है, तो किहड़ा ऑप्शन सही आऊगा? इट हैज़ लेयर ऑफ बेसिक मैगनीशियम कार्बोनेट। फर्स्ट ऑप्शन जी आऊगी तुहाडे कोले की आऊगी? करैक्ट आऊगी। ठीक, आओ हुण क्वेश्चन नंबर सैकेंड चलिए। क्वेश्चन नंबर सैकेंड दे विच की कहंदा पिया, अज रोहित ने पढ़िया कि कुछ रसायनिक क्रियावां विच उत्पादां दी उत्पत्ति दे नाल नाल ताप ऊर्जा भी पैदा हुंदी है, जिस कारण क्रिया मिश्रण गर्म हो जाता है। ये रसायनिक मिश्रण गर्म हो जाता है। इस रसायनिक क्रिया का नाम का
ਮਤਲਬ ਕੀ ਹੈ? ਜੇਕਰ ਮੈਂ ਇਹਨੂੰ ਸਿੰਪਲ ਸ਼ਬਦਾਂ ਵਿੱਚ ਸਮਝਾਉਣਾ ਹੋਏ, ਇਹ ਕੁਐਸਚਨ ਦੇ ਵਿੱਚ ਕੀ ਪੁੱਛਦਾ ਪਿਆ ਕਿ ਰੋਹਿਤ ਹੈ, ਉਹਨੇ ਅੱਜ ਲੈਬ ਦੇ ਵਿੱਚ ਕੁਝ ਸਮਝਿਆ ਕਿ ਜਦੋਂ ਕੋਈ ਕੈਮੀਕਲ ਰਿਐਕਸ਼ਨ ਹੁੰਦਾ ਹੈ, देयर इज एवोल्यूशन ऑफ हीट, ਉਸ ਦੌਰਾਨ ਹੀਟ ਵੀ ਨਿਕਲਦੀ ਹੈ। ਮਤਲਬ ਸਪੋਜ਼ ਕਰ ਲਓ ਤੁਸੀਂ ਇੱਕ ਬੀਕਰ ਲਿਆ ਹੋਇਆ, ਠੀਕ ਹੈ ਜੀ, ਤੁਹਾਡੇ ਕੋਲ ਇੱਕ ਬੀਕਰ ਹੈ, ਤੁਸੀਂ ਬੀਕਰ ਦੇ ਵਿੱਚ ਕੋਈ ਕੈਮੀਕਲ ਰਿਐਕਸ਼ਨ ਕਰਾ ਰਹੇ ਹੋ, ਦੋ ਚੀਜ਼ਾਂ ਨੂੰ ਮਿਕਸ ਕਰ ਰਹੇ ਹੋ। ਫॉर ਐਗਜ਼ਾਮਪਲ ਤੁਸੀਂ ਇਹਦੇ ਵਿੱਚ ਪਾਇਆ ਸੋਡੀਅਮ ਹਾਈਡਰੋਕਸਾਈਡ ਤੇ ਪਿੱਛੋਂ ਕੀ ਪਾਇਆ, ਥੋੜਾ ਜਿਹਾ ਵਾਟਰ ਪਾਇਆ ਔਰ ਗਲਾਸ ਰੋਡ ਦੇ ਨਾਲ ਇਹਨੂੰ ਸਟਰ ਕੀਤਾ। ਤੁਸੀਂ ਇੱਕ ਸੋਲੂਸ਼ਨ ਬਣਾਇਆ, ਤੁਸੀਂ ਇੱਕ ਰਿਐਕਸ਼ਨ ਕਰਦੇ ਪਏ ਹੋ ਜਿਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਤੇ ਵਾਟਰ ਰਿਐਕਟ ਕਰ ਰਹੇ ਨੇ ਆਪਸ ਦੇ ਵਿੱਚ, ਹੈ ਨਾ। ਤੁਸੀਂ ਕੀ ਦੇਖੋਗੇ ਥੋੜੀ ਦੇਰ ਬਾਅਦ, ਜਿੱਦਾਂ ਤੁਸੀਂ ਮਤਲਬ ਸਟਰ ਕਰਨਾ ਸਟਾਰਟ ਕਰੋਗੇ ਨਾ, ਬੀਕਰ ਨੂੰ ਇਦਾਂ ਹੱਥ 'ਚ ਫੜਿਆ ਹੋਊਗਾ, ਤੁਸੀਂ ਦੇਖੋਗੇ ਬੀਕਰ ਗਰਮ ਹੁੰਦਾ ਪਿਆ, ਠੀਕ ਹੈ, ਗਰਮ ਹੋ ਰਿਹਾ ਹੈ। ਪਹਿਲਾਂ ਨਹੀਂ ਸੀ ਹੋ ਰਿਹਾ, ਜਦੋਂ ਕੱਲਾ ਪਾਣੀ ਪਾਇਆ ਸੀ ਉਦੋਂ ਨਹੀਂ ਸੀ ਗਰਮ, ਜਦੋਂ ਕੱਲਾ ਸੋਡੀਅਮ ਹਾਈਡਰੋਕਸਾਈਡ ਸੀ ਉਦੋਂ ਨਹੀਂ ਸੀ ਗਰਮ, ਜਦੋਂ ਦੋਨਾਂ ਨੂੰ ਮਿਕਸ ਕੀਤਾ ਬੀਕਰ ਗਰਮ ਹੋ ਗਿਆ। ਇਹਦਾ ਮਤਲਬ ਇਸ ਰਿਐਕਸ਼ਨ ਦੇ ਦੌਰਾਨ ਨੋ ਡਾਊਟ ਜਿਹੜੇ ਪ੍ਰੋਡਕਟ ਬਣਦੇ ਪਏ ਨੇ, ਨਾਲ ਦੀ ਨਾਲ ਥੋੜੀ ਜੀ ਹੀਟ, ਥੋੜੀ ਜੀ એનર્ਜੀ, ਥੋੜਾ ਜਿਹਾ ਤਾਪ ਵੀ ਨਿਕਲਦਾ ਪਿਆ, ਹੈ ਨਾ। ਤਾਂ ਕਹਿੰਦਾ ਪਿਆ ਇਦਾਂ ਦੇ ਰਿਐਕਸ਼ਨਸ ਨੂੰ ਕੀ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਕੈਮੀਕਲ ਰਿਐਕਸ਼ਨ ਵੀ ਹੁੰਦਾ, ਇੱਕ ਰਸਾਇਣਿਕ ਕਿਰਿਆ ਵੀ ਹੁੰਦੀ ਹੈ ਤੇ ਨਾਲ ਦੀ ਨਾਲ ਤਾਪ ਵੀ ਨਿਕਲਦਾ ਹੈ। ਕੀ ਕਹਿੰਦੇ ਆ? ਜਦੋਂ ਤਾਪ ਨਿਕਲਦਾ ਹੈ, ਜਦੋਂ ਹੀਟ ਨਿਕਲਦੀ ਹੈ, ਉਹਨਾਂ ਨੂੰ ਅਸੀਂ ਡੈਫੀਨੇਸ਼ਨ ਪੜ੍ਹੀ ਹੋਈ ਹੈ ਕਿ ਜਦੋਂ ਤੁਹਾਡੇ ਕੋਲੇ ਰਿਐਕਟੈਂਟ ਨੇ, ਰਿਐਕਟੈਂਟ ਚੇਂਜ ਹੁੰਦੇ ਨੇ ਤੁਹਾਡੇ ਕੋਲੇ ਪ੍ਰੋਡਕਟ ਦੇ ਵਿੱਚ, ਉਸ ਦੌਰਾਨ ਜਦੋਂ ਹੀਟ ਬਾਹਰ ਨਿਕਲਦੀ ਹੈ, ਹੀਟ ਨਿਕਲਦੀ ਹੈ, ਠੀਕ ਹੈ, ਬੀਕਰ ਗਰਮ ਹੋ ਰਿਹਾ ਹੈ। ਬੀਕਰ ਜਦੋਂ ਕੱਲਾ ਸੋਡੀਅਮ ਹਾਈਡਰੋਕਸਾਈਡ ਸੀ ਜਾਂ ਕੱਲਾ ਪਾਣੀ ਪਿਆ ਸੀ ਉਦੋਂ ਗਰਮ ਨਹੀਂ ਹੋਇਆ, ਬਾਅਦ ਦੇ ਵਿੱਚ ਗਰਮ ਹੋਇਆ। ਜਾਂ ਤੁਸੀਂ ਦੋਨਾਂ ਨੂੰ ਜਦੋਂ ਮਿਕਸ ਕੀਤਾ ਉਦੋਂ ਨਹੀਂ ਗਰਮ ਕਰ ਰਹੇ, ਤੁਸੀਂ ਕੁਝ ਨਹੀਂ ਕਰ ਰਹੇ, ਤੁਸੀਂ ਕੋਈ ਹੀਟ ਨਹੀਂ ਕਰ ਰਹੇ, ਪਰ ਹੀਟ ਨਿਕਲੀ ਜਾ ਰਹੀ ਆਪਣੇ ਆਪ। ਇਹ ਜੋ ਰਿਐਕਸ਼ਨਸ ਨੂੰ ਅਸੀਂ ਕੀ ਕਹਿੰਦੇ ਆ? ਐਗਜ਼ੋਥਰਮਿਕ ਰਿਐਕਸ਼ਨਸ ਕਹਿੰਦੇ ਆ। ਤਾਪ ਨਿਕਾਸੀ, ਤਾਪ ਦਾ ਨਿਕਾਸ ਹੋ ਰਿਹਾ ਹੈ ਰਸਾਇਣਿਕ ਕਿਰਿਆ ਵਿੱਚ। ਤਾਂ ਕਿਹੜਾ ਆਪਸ਼ਨ ਸਹੀ ਆਊਗਾ ਤੁਹਾਡੇ ਕੋਲੇ? ਸੈਕਿੰਡ। ਹੁਣ ਜੇ ਕਹੋ ਕਿ ਇਹ ਬਹੁਤ ਔਖਾ ਕੁਐਸਚਨ ਹੈ, ਇਹ ਬਹੁਤ ਔਖਾ ਕੁਐਸਚਨ ਨਹੀਂ ਹੈ, ਇਹ ਡਾਇਰੈਕਟ ਕੁਐਸਚਨ ਹੈ। ਅਗਰ ਤੁਹਾਨੂੰ ਤਾਪ ਨਿਕਾਸੀ ਕਿਰਿਆਵਾਂ ਦੀ ਡੈਫੀਨੇਸ਼ਨ ਆਂਦੀ ਹੈ, ਐਗਜ਼ੋਥਰਮਿਕ ਰਿਐਕਸ਼ਨਸ ਦੀ ਡੈਫੀਨੇਸ਼ਨ ਆਂਦੀ ਹੈ ਪ੍ਰੋਪਰਲੀ, ਔਰ ਤੁਹਾਨੂੰ 4-5 ਐਗਜ਼ਾਮਪਲਸ ਵੀ ਆਉਂਦੀਆਂ ਨੇ। ਹੁਣ ਜ਼ਰੂਰੀ ਨਹੀਂ ਕਿ ਇੱਥੇ ਹਮੇਸ਼ਾ ਤੁਹਾਨੂੰ ਇਦਾਂ ਹੀ ਉਹਨਾਂ ਨੇ ਕਹਾਣੀ ਬਣਾ ਕੇ ਦਿੱਤੀ ਹੋਣੀ, ਉਹਨਾਂ ਨੇ ਤੁਹਾਨੂੰ ਕੋਈ ਐਗਜ਼ਾਮਪਲ ਦੇ ਕੇ ਵੀ ਪੁੱਛ ਸਕਦਾ। ਤੁਹਾਨੂੰ ਐਗਜ਼ਾਮਪਲਸ ਵੀ ਆਉਣੀਆਂ ਚਾਹੀਦੀਆਂ, ਪਲੱਸ ਤੁਹਾਨੂੰ ਸਿੰਪਲ ਡੈਫੀਨੇਸ਼ਨਸ ਵੀ ਆਉਣੀਆਂ ਚਾਹੀਦੀਆਂ, ਜਿਹਦੇ ਵਿੱਚ ਡਾਇਰੈਕਟ ਕੁਐਸਚਨ ਆਏ ਤਾਂ ਤੁਹਾਨੂੰ ਸੋਚਣਾ ਨਾ ਪਏ, ਤੁਹਾਨੂੰ ਸਿੱਧਾ ਆਪਸ਼ਨ ਆਉਂਦਾ ਹੋਏ, ਠੀਕ ਹੈ ਜੀ। ਉਸ ਤੋਂ ਬਾਅਦ ਆਓ ਕੁਐਸਚਨ ਨੰਬਰ 3 ਤੇ। ਕੁਐਸਚਨ ਨੰਬਰ 3 ਦੇ ਵਿੱਚ ਤੁਹਾਡੇ ਕੋਲੇ ਕੀ ਹੈ? ਰਾਮ ਐਂਡ ਹਿਜ਼ ਫਰੈਂਡ ਵਰ ਹੀਟਿੰਗ 1 ਗ੍ਰਾਮ ਕਾਪਰ ਪਾਊਡਰ ਇਨ ਦਾ ਚਾਈਨਾ ਡਿਸ਼। ਰਾਮ ਤੇ ਉਸਦਾ ਦੋਸਤ ਚਾਈਨਾ ਡਿਸ਼ ਵਿੱਚ ਲਗਭਗ 1 ਗ੍ਰਾਮ ਕਾਪਰ ਦੇ ਪਾਊਡਰ ਨੂੰ ਕੀ ਕਰ ਰਹੇ ਸੀ? ਗਰਮ ਕਰ ਰਹੇ ਸੀ। ਉਹਨਾਂ ਨੇ ਉਸ ਉੱਪਰ ਕਾਲੇ ਰੰਗ ਦੀ ਪਰਤ ਬਣੀ ਹੋਈ ਵੇਖੀ, ਜਿਸ ਨੂੰ ਕਾਪਰ 2 ਆਕਸਾਈਡ ਕਿਹਾ ਜਾਂਦਾ ਹੈ, ਠੀਕ ਹੈ। They have seen black colored layer on it which is known as copper oxide। ਉਹ ਕਿਹਦੇ ਕਰਕੇ ਹੈ? ਕਹਿੰਦਾ ਜਿਹੜਾ ਜਦੋਂ ਉਹ ਚਾਈਨਾ ਡਿਸ਼ ਦੇ ਵਿੱਚ ਕੀ ਕਰ ਰਹੇ ਸੀ, ਕਾਪਰ ਨੂੰ ਗਰਮ ਕਰ ਰਹੇ ਸੀ ਨਾ, ਤਾਂ ਉੱਥੇ ਦੇਖਿਆ ਉਹਨਾਂ ਨੇ ਉਹ ਕਾਪਰ ਦੇ ਉੱਤੇ ਇੱਕ ਲੇਅਰ ਚੜ ਗਈ ਕਾਲੇ ਰੰਗ ਦੀ, ਬਲੈਕ ਕਲਰ ਦੀ ਲੇਅਰ ਆ ਗਈ, ਜਿਹਨੂੰ ਕੀ ਕਹਿੰਦੇ ਆ ਅਸੀਂ? ਕਾਪਰ ਦਾ ਆਕਸਾਈਡ ਕਹਿੰਦੇ ਆ, ਠੀਕ ਹੈ। ਉਹ ਕਹਿੰਦਾ ਪਿਆ ਇਹ ਜਿਹੜਾ ਕਾਪਰ ਦਾ ਆਕਸਾਈਡ ਬਣਿਆ ਹੈ, ਠੀਕ ਹੈ, ਜਿਹੜਾ ਇਹਦਾ ਬਲੈਕ ਕਲਰ ਆਇਆ ਹੈ, ਇਹ ਕਿਹੜੇ ਰਿਐਕਸ਼ਨ ਕਰਕੇ ਆਇਆ ਹੈ? ਆਕਸੀਕਰਨ, ਜਿਹਨੂੰ ਇੰਗਲਿਸ਼ ਆਕਸੀਡੇਸ਼ਨ ਕਹਿੰਦੇ ਆ, ਲਘੂਕਰਨ, ਜਿਹਨੂੰ ਇੰਗਲਿਸ਼ ਦੇ ਵਿੱਚ ਰਿਡਕਸ਼ਨ ਕਹਿੰਦੇ ਆ, ਖੋਰਨ ਕਰੋਜ਼ਨ, ਜਾਂ ਵਾਸ਼ਪੀਕਰਨ ਕਰਕੇ ਆਇਆ ਹੈ, ਠੀਕ ਹੈ। ਤਾਂ ਧਿਆਨ ਦੇ ਨਾਲ ਦੇਖੋ, ਤੁਸੀਂ ਇਹ ਰਿਐਕਸ਼ਨ ਪੜਿਆ ਹੋਇਆ, ਕਾਪਰ ਨੂੰ ਜਦੋਂ ਆਕਸੀਜਨ ਦੇ ਨਾਲ ਰਿਐਕਟ ਕਰਦੇ ਆ, ਹੀਟ ਕਰਦੇ ਆ, ਹੈ ਨਾ, ਤੁਸੀਂ ਆਪਣੇ ਕੋਲੋਂ ਹੀਟ ਕਰਦੇ ਪਏ ਆ ਤੇ ਇਹ ਬਣਾ ਰਿਹਾ ਤੁਹਾਡੇ ਕੋਲੇ ਕਿਊਪਰਿਕ ਆਕਸਾਈਡ, ਕਾਪਰ 2, ਜਿੱਦਾਂ ਉਹਨੇ ਲਿਖਿਆ ਕਾਪਰ 2 ਆਕਸਾਈਡ ਜਾਂ ਕਾਪਰ ਆਕਸਾਈਡ ਬਣਾ ਰਿਹਾ, ਹੈ ਨਾ। ਤਾਂ ਇੱਕ ਧਿਆਨ ਨਾਲ ਦੇਖੋ, ਜਦੋਂ ਤੁਹਾਡੇ ਸਰ ਮੈਮ ਨੇ ਤੁਹਾਨੂੰ ਕੁਝ ਸਮਝਾਇਆ ਸੀ, ਇੱਕ ਖਾਸ ਰਿਐਕਸ਼ਨ ਆਕਸੀਡੇਸ਼ਨ, ਉਹਨਾਂ ਨੇ ਇੱਕ ਕਿਹਾ ਸੀ ਉਹ ਕਿਰਿਆਵਾਂ ਆਕਸੀਕਰਨ ਵਿੱਚ, ਉਹ ਕਿਰਿਆਵਾਂ ਜਿਨ੍ਹਾਂ ਵਿੱਚ ਆਕਸੀਜਨ ਦੀ ਐਡੀਸ਼ਨ ਹੁੰਦੀ ਹੈ, ਜਿਹਦੇ ਵਿੱਚ ਆਕਸੀਜਨ ਆ ਕੇ ਨਾਲ ਜੁੜ ਜਾਂਦੀ ਹੈ, ਉਹਨੂੰ ਆਕਸੀਡੇਸ਼ਨ ਕਹਿੰਦੇ ਆ। ਤਾਂ ਧਿਆਨ ਨਾਲ ਦੇਖੋ, ਕਾਪਰ ਪਹਿਲਾਂ ਕੱਲਾ ਸੀ, ਆਕਸੀਜਨ ਤਾਂ ਹਵਾ ਦੇ ਵਿੱਚ ਪਈ ਹੈ, ਸਪੋਰਟਰ ਹੈ, ਤਾਂ ਹੀ ਉਹਨੇ ਕੀ ਕਰਨਾ? ਰਿਐਕਸ਼ਨ ਕਰਨਾ, ਹੈ ਨਾ, ਤਾਂ ਹੀ ਉਹਨੇ ਜਲਣਾ। ਹੀਟ ਤੋਂ ਬਾਅਦ ਕੀ ਹੋਇਆ ਤੁਹਾਡੇ ਕੋਲੇ? ਆ ਜਿਹੜੀ ਚੀਜ਼ ਕੱਲੀ ਪਈ ਸੀ, ਇਹਦੇ ਚ ਆਕਸੀਜਨ ਜੁੜ ਗਈ, ਤਾਂ ਕਿਹੜਾ ਰਿਐਕਸ਼ਨ ਹੁੰਦਾ ਪਿਆ ਤੁਹਾਡੇ ਕੋਲੇ? ਆਕਸੀਡੇਸ਼ਨ ਹੋ ਰਹੀ ਹੈ ਨਾ। ਤਾਂ ਜਿਹੜਾ ਕਾਪਰ ਆਕਸਾਈਡ ਬਣ ਰਿਹਾ, ਉਹਦਾ ਬਲੈਕ ਕਲਰ ਕਿਹਦੇ ਕਰਕੇ ਆ ਰਿਹਾ? ਉੱਥੇ ਕੀ ਹੋ ਰਿਹਾ? ਆਕਸੀਡੇਸ਼ਨ ਹੋ ਰਹੀ ਹੈ, ਆਕਸੀਕਰਨ ਹੋ ਰਿਹਾ। ਕਿਹੜਾ ਰਿਐਕਸ਼ਨ ਹੋ ਰਿਹਾ ਤੁਹਾਡੇ ਕੋਲੇ? ਉਹਦੇ ਵਿੱਚ ਕੀ ਹੋ ਰਹੀ ਹੈ? ਆਕਸੀਡੇਸ਼ਨ, ਆਕਸੀਕਰਨ ਹੋ ਰਿਹਾ। ਕਿੱਦਾਂ ਪਤਾ ਲੱਗਾ? ਸਾਨੂੰ ਇੰਨੀ ਗੱਲ ਸਮਝ ਆ ਗਈ ਕਿ ਹਾਂ ਆਕਸੀਜਨ ਐਡ ਹੋ ਗਈ, ਆਕਸੀਜਨ ਨਾਲ ਜਾ ਕੇ ਜੁੜ ਗਈ, ਉਹਨੂੰ ਹੀ ਅਸੀਂ ਕੀ ਕਹਿੰਦੇ ਆ? ਆਕਸੀਕਰਨ, ਠੀਕ ਹੈ ਜੀ।
देखते हैं क्वेश्चन नंबर 4th। Rohit's teacher taught him that hydrogen and oxygen are present in specific ratio in water. What is the ratio? ਰੋਹਿਤ ਦੇ ਅਧਿਆਪਿਕਾ ਨੇ ਅੱਜ ਉਸ ਨੂੰ ਦੱਸਿਆ ਕਿ ਪਾਣੀ ਤੇ ਹਾਈਡਰੋਜਨ ਆਕਸੀਜਨ ਵਿੱਚ ਕਿਸੇ ਪਾਣੀ ਵਿੱਚ ਹਾਈਡਰੋਜਨ ਤੇ ਆਕਸੀਜਨ ਕਿਸੇ ਖਾਸ ਅਨੁਪਾਤ ਵਿੱਚ ਹੁੰਦੇ ਹਨ। ਉਹ ਅਨੁਪਾਤ ਕਿੰਨਾ ਹੈ? ਅੱਛਾ ਹੁਣ ਦੇਖੋ, ਇਹਦੇ ਵਾਸਤੇ ਤੁਹਾਨੂੰ ਵਾਟਰ ਦਾ ਫਾਰਮੂਲਾ ਆਉਣਾ ਚਾਹੀਦਾ, ਐਂਡ ਤੁਹਾਨੂੰ ਆਉਂਦਾ ਹੈ ਵਾਟਰ ਦਾ ਫਾਰਮੂਲਾ। ਤੁਹਾਨੂੰ ਹੋਰ ਵੀ ਇੰਪੋਰਟੈਂਟ ਫਾਰਮੂਲਾ ਸਾਰੇ ਆਉਂਦੇ ਆ। ਵਾਟਰ ਦੇ ਵਿੱਚ ਹਾਈਡਰੋਜਨ ਕਿੰਨੇ ਹੈ? ਹਾਈਡਰੋਜਨ ਦੇ ਕਿੰਨੇ ਆਟਮ ਹੈ? 2, ਹੈ ਨਾ। ਪਹਿਲਾਂ ਉਹਨੇ ਦੇਖੋ ਕਿਹਦਾ ਅਨੁਪਾਤ ਪੁੱਛਿਆ, ਪਹਿਲਾਂ ਕਹਿੰਦਾ ਹਾਈਡਰੋਜਨ, ਤਾਂ ਤੁਸੀਂ ਪਹਿਲਾਂ ਹਾਈਡਰੋਜਨ ਦੇ ਲਿਖ ਲਏ। ਹਾਈਡਰੋਜਨ ਦੇ ਕਿੰਨੇ ਆਟਮਸ ਹੈ? 2। ਆਕਸੀਜਨ ਦੇ ਕਿੰਨੇ? ਆਕਸੀਜਨ ਦੇ ਕਿੰਨੇ ਪਏ ਹੋਏ? 1। ਤਾਂ ਅਨੁਪਾਤ ਕੀ ਹੋ ਗਿਆ ਇਹਨਾਂ ਦੇ ਵਿੱਚ? 2:1, ਹੈ ਨਾ। ਤਾਂ ਲੱਭੋ 2:1 ਕਿੱਥੇ ਪਿਆ ਹੋਇਆ ਹੈ? ਜਿਹੜਾ ਪੰਜਾਬੀ ਦਾ ਪ੍ਰਿੰਟ ਹੈ ਉਹਦੇ ਵਿੱਚ ਇਹ 3rd ਹੈ। ਜਿਹੜਾ ਇੰਗਲਿਸ਼ ਦਾ ਪ੍ਰਿੰਟ ਹੈ ਉਹਦੇ ਵਿੱਚ ਜਿਹੜਾ 3rd ਹੈ ਉਹਨੂੰ ਤੁਸੀਂ ਕਰੈਕਟ ਕਰ ਲਿਓ। ਉੱਥੇ 1:6 ਲਿਖਿਆ, ਉੱਥੇ 2:1 ਲਿਖ ਲਓ, ਠੀਕ ਹੈ। ਫਿਰ ਤੁਹਾਡਾ ਵੀ 3rd ਆਪਸ਼ਨ ਕੀ ਹੋ ਜਾਊਗਾ? ਕਰੈਕਟ ਹੋ ਜਾਊਗਾ। ਅਦਰਵਾਈਜ਼ ਤੁਹਾਨੂੰ ਕੋਈ ਵੀ ਕਰੈਕਟ ਨਹੀਂ ਲੱਭਣਾ ਉਹਦੇ ਵਿੱਚ, ਠੀਕ ਹੈ। ਬਹੁਤ ਸੌਖਾ ਕੁਐਸਚਨ ਸੀ, ਰਾਈਟ। ਲਓ ਹੁਣ ਕੁਐਸਚਨ ਨੰਬਰ 5th ਦੇਖੋ। ਕੁਐਸਚਨ ਨੰਬਰ 5th ਵਿੱਚ ਕੀ ਆ? ਰੇਨੂਜ਼ ਮਦਰ ਗਿਫਟਡ ਹਰ ਸਿਲਵਰ ਬੈਂਗਲ ਔਨ ਹਰ ਬਰਥਡੇ। ਰੇਨੂ ਦੇ ਮਾਤਾ ਜੀ ਨੇ ਉਹਨੂੰ ਕੀ ਕੀਤਾ? ਉਹਦੇ ਬਰਥਡੇ ਤੇ ਸਿਲਵਰ ਦੀ ਬੈਂਗਲ ਦਿੱਤੀ, ਮਤਲਬ ਚਾਂਦੀ ਦਾ ਇੱਕ ਕੜਾ ਦਿੱਤਾ, ਠੀਕ ਆ। ਬਟ ਆਫਟਰ ਸਮ ਡੇਜ਼, ਕੁਝ ਦਿਨਾਂ ਬਾਅਦ ਕੀ ਹੋਇਆ? ਕਲਰਡ ਲੇਅਰ ਫਾਰਮਡ ਔਨ ਇਟਸ ਦਿਸ ਬੈਂਗਲ। ਉਹਦੇ ਤੇ ਕੀ ਆ ਗਿਆ? ਕੁਝ ਕਲਰਡ ਲੇਅਰ ਆ ਗਈ। ਕਿਹੜੀ ਕਲਰਡ ਲੇਅਰ ਆ ਗਈ? ਕਲਰ ਕੀ ਸੀ ਉਹਦਾ? ਬਲੈਕ। ਜਿਹੜਾ ਸਿਲਵਰ ਦਾ ਉਹ ਕੜਾ ਸੀ ਉਹਦੇ ਉੱਤੇ ਕੀ ਹੋ ਗਿਆ? ਕਿਹੜੇ ਕਿਹੜੇ ਮਤਲਬ ਸਪੌਟ ਲੱਗਣੇ ਸ਼ੁਰੂ ਹੋ ਗਏ? ਕਿਹੜੇ ਧੱਬੇ ਆ ਗਏ? ਕਾਲੇ ਰੰਗ ਦੇ ਧੱਬੇ ਆ ਗਏ। ਉਹ ਕਿਉਂ ਆਏ? ਦੇਖੋ ਇਹ ਵੀ ਡਾਇਰੈਕਟ ਕੁਐਸਚਨ ਹੈ। ਜਦੋਂ ਸਿਲਵਰ ਦੀਆਂ ਪ੍ਰੋਪਰਟੀਜ਼ ਪੜ੍ਹੀਆਂ ਸੀ ਅਸੀਂ ਦੇਖਿਆ ਸੀ ਕਿ ਜਿਹੜਾ ਸਿਲਵਰ ਹੈ, ਜਿਹਨੂੰ ਚਾਂਦੀ ਕਹਿੰਦੇ ਆ ਪੰਜਾਬੀ ਦੇ ਵਿੱਚ, ਔਰ ਜਿਹੜਾ ਸਿੰਬਲ ਹੈ AG, ਹੈ ਨਾ, ਇਹਦੇ ਉੱਤੇ ਉੱਦਾਂ ਆਰਡੀਨਰੀ ਏਅਰ ਦਾ ਕੋਈ ਅਸਰ ਨਹੀਂ ਹੁੰਦਾ। ਪਰ ਜੇਕਰ ਏਅਰ ਹੈ, ਠੀਕ ਹੈ, ਏਅਰ ਦੇ ਵਿੱਚ ਨਾਲ ਦੀ ਨਾਲ ਇੱਕ ਖਾਸ ਗੈਸ ਪਈ ਹੋਈ ਹੈ, ਕਿਹੜੀ? ਹਾਈਡਰੋਜਨ ਸਲਫਾਈਡ। ਇਹ ਜਿਹੜੀ ਹਾਈਡਰੋਜਨ ਸਲਫਾਈਡ ਹੈ, ਅਗਰ ਇਹ ਵੀ ਏਅਰ ਦੇ ਵਿੱਚ ਮੌਜੂਦ ਹੈ ਤਾਂ ਇਹ ਇਸ ਚਾਂਦੀ ਦੇ ਉੱਤੇ ਕੀ ਕਰ ਦੂਗੀ? ਕਾਲੇ ਰੰਗ ਦੀ ਲੇਅਰ ਚੜਾ ਦੂਗੀ, ਠੀਕ ਹੈ ਜੀ। ਔਰ ਜੇ ਮੈਂ ਤੁਹਾਨੂੰ ਕਹਾਂ ਰਿਐਕਸ਼ਨ ਆਂਦਾ ਤੁਹਾਨੂੰ ਬਿਲਕੁਲ ਆਂਦਾ ਹੋਊਗਾ। ਜਿਹੜਾ ਸਿਲਵਰ ਹੈ ਉਹ ਹਵਾ ਵਿੱਚੋਂ, ਆਕਸੀਜਨ ਵਿੱਚੋਂ ਕਿਹਨਾਂ ਰਿਐਕਟ ਕਰਦਾ ਹੈ? ਹਾਈਡਰੋਜਨ ਸਲਫਾਈਡ। ਜੇਕਰ ਹਾਈਡਰੋਜਨ ਸਲਫਾਈਡ ਹੈ ਨਹੀਂ ਤਾਂ ਨਹੀਂ ਫਿਰ ਕੁਛ ਹੋਣਾ, ਠੀਕ ਹੈ। ਤਾਂ ਇਹ ਕੀ ਬਣਾਉਂਦਾ ਤੁਹਾਡੇ ਕੋਲੇ? ਇਹ ਬਣਾ ਦਿੰਦਾ ਤੁਹਾਡੇ ਕੋਲੇ ਸਿਲਵਰ ਸਲਫਾਈਡ, ਨਾਲ ਕੀ ਬਣਾ ਦਿੰਦਾ ਤੁਹਾਡੇ ਕੋਲੇ? ਹਾਈਡਰੋਜਨ, ਠੀਕ। ਹੁਣ ਇਹ ਜਿਹੜਾ ਸਿਲਵਰ ਸਲਫਾਈਡ ਹੈ Ag2S, ਇਹਦੇ ਕਰਕੇ ਕੀ ਆਉਂਦੇ ਆ? ਇਹ ਰੀਜ਼ਨੇਬਲ ਹੈ। ਜਿਹੜੇ ਉਹਦੇ ਤੇ ਕਿਹੜੇ ਰੰਗ ਦੀ, ਕਾਲੇ ਰੰਗ ਦੀ ਪਰਤ ਚੜ ਰਹੀ ਹੈ, ਉਹ ਕਿਹਦੇ ਕਰਕੇ ਚੜ ਰਹੀ ਹੈ? ਸਿਲਵਰ ਸਲਫਾਈਡ ਕਰਕੇ ਚੜ ਰਹੀ ਹੈ। ਤਾਂ ਦੇਖੋ ਇਹਦੇ ਵਿੱਚ ਕੋਈ ਹੈ? ਹਾਂ ਦੇਖੋ, ਆ ਦੇਖੋ 3rd ਆਪਸ਼ਨ ਪਿਆ ਹੋਇਆ ਸਿਲਵਰ ਸਲਫਾਈਡ ਦਾ। ਹੁਣ ਜੇ ਕਹੋ ਕਿ ਇਹ ਕੁਐਸਚਨਸ ਬਹੁਤ ਟੇਢੇ ਮੇਢੇ ਆ ਨਾ, ਡਾਇਰੈਕਟ ਕੁਐਸਚਨ ਹੈ, ਬਟ ਡਾਇਰੈਕਟ ਕੁਐਸਚਨ ਜਿਹੜੇ ਹੁੰਦੇ ਨੇ ਉਹ ਬਹੁਤ ਟੈਕਨੀਕਲ ਹੁੰਦੇ ਨੇ। ਜੇਕਰ ਤੁਸੀਂ ਪੜ੍ਹੇ ਹੋਊਗਾ ਤੁਹਾਨੂੰ ਤਾਂ ਹੀ ਆਨਸਰ ਆਉਂਦਾ ਹੋਊਗਾ, ਠੀਕ ਹੈ। ਹੁਣ ਕਿਸੇ ਨੇ ਕੀ ਕਹਿਣਾ? ਕਿਸੇ ਨੇ ਕਹਿਣਾ ਓਕੇ ਸਿਲਵਰ ਹੈ, ਸਿਲਵਰ ਆਲੇ ਦੁਆਲੇ ਆਕਸੀਜਨ ਨੂੰ ਟਾਰਨਿਸ਼ ਕਰ ਦਿੰਦੀ ਹੈ ਨਾ। ਟਾਰਨਿਸ਼ ਕਰਨਾ ਇਜ਼ ਸਮਥਿੰਗ ਐਲਸ। ਕਸਮੈਲ ਆ ਜਾ ਕਰ ਦਿੰਦੀ ਹੈ, ਤਾਂ ਜਮਾ ਹੀ ਕਾਲਾ ਕਰ ਦਿੰਦੀ ਹੈ। ਕਾਲਾ ਕਿਹਦੇ ਕਰਕੇ ਹੁੰਦਾ ਹੈ? ਹਵਾ ਵਿੱਚ ਅਗਰ ਸਿਲਵਰ, ਹਵਾ ਵਿੱਚ ਜੇਕਰ ਹਾਈਡਰੋਜਨ ਸਲਫਾਈਡ ਹੈ ਤੁਹਾਡੇ ਕੋਲੇ, ਠੀਕ ਹੈ। ਇਸੇ ਕਰਕੇ ਜਦੋਂ ਅਸੀਂ ਕੀ ਕਰਦੇ ਹਾਂ, ਇੱਕ ਹੁੰਦਾ ਹੈ ਨਾ ਕਿ ਜਿਹਦੇ ਵਿੱਚ ਜਿਹੜੇ ਸਾਡੇ ਐਗਸ ਹੈ, ਜਿਹੜੇ ਐਗਸ ਹੁੰਦੇ ਨੇ ਨਾਰਮਲੀ, ਜਿਹੜੇ ਬੰਦੇ ਕੀ ਖਾਂਦੇ ਨੇ? ਐਗਸ ਖਾਂਦੇ ਨੇ ਪ੍ਰੋਟੀਨਸ ਵਾਸਤੇ, ਹੈ ਨਾ। ਉਹ ਜਿਹੜੇ ਐਗ ਦਾ ਅਗਰ ਤੁਸੀਂ ਕੁਝ ਸਪੋਜ਼ ਕਰੋ ਆਮਲੇਟ ਬਣਾ ਰਹੇ ਆ, ਉਸ ਆਮਲੇਟ ਦੇ ਵਿੱਚ ਕਦੀ ਵੀ ਸਿਲਵਰ ਸਪੂਨ ਨੂੰ ਕਦੀ ਵੀ ਕੀ ਨਹੀਂ ਕਰਨਾ ਚਾਹੀਦਾ? ਸਿਲਵਰ ਸਪੂਨ ਦੇ ਨਾਲ ਤੁਸੀਂ ਕਰਦੇ ਹੋ ਨਾ ਸਟਰ, ਜਿਹੜੇ ਚਮਚੇ ਦੇ ਨਾਲ ਆਪਾਂ ਨਾਰਮਲ ਸਟੀਲ ਦੇ ਚਮਚੇ ਨਾਲ ਸਟਰ ਕਰਦੇ ਆ ਨਾ, ਜਦੋਂ ਅਸੀਂ ਆਮਲੇਟ ਬਣਾਉਂਦੇ ਆ, ਉਹਨੂੰ ਕਦੀ ਵੀ ਸਿਲਵਰ ਸਪੂਨ ਦੇ ਨਾਲ ਸਟਰ ਨਹੀਂ ਕਰਨਾ ਚਾਹੀਦਾ। ਕਿਉਂ? ਆਪਸ ਰਿਐਕਟ ਕਰਨਗੇ, ਠੀਕ ਹੈ, ਆਪਸ ਰਿਐਕਸ਼ਨ ਕਰਨਗੇ। ਅਸੀਂ ਨਹੀਂ ਚਾਹੁੰਦੇ। ਅਸੀਂ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਜਿਹੜਾ ਆਮਲੇਟ ਹੈ ਉਹ ਕੀ ਹੋਏ? ਹੈਲਦੀ ਹੋਏ, ਹੈ ਨਾ। ਤੁਹਾਨੂੰ ਖਾਂਦੇ ਕੋਈ ਫੂਡ ਪੋਇਜ਼ਨਿੰਗ ਨਾ ਹੋ ਜਾਏ। ਬਟ ਇੱਥੇ ਕੀ ਹੋਊਗਾ? ਆਪਸ 'ਚ ਉਹਨਾਂ ਨੇ ਰਿਐਕਟ ਕਰ ਜਾਣਾ, ਠੀਕ ਹੈ। ਤੇ ਉਹ ਖਾਣਾ ਵੀ ਸਾਡੇ ਵਾਸਤੇ ਕੀ ਹੋਊਗਾ? ਸਹੀ ਨਹੀਂ ਹੋਊਗਾ। ਹੁਣ ਖਿਆਲ ਰੱਖਣਾ, ਜਿੱਥੇ ਸਿਲਵਰ ਹੈ ਉੱਥੇ ਹਾਈਡਰੋਜਨ ਸਲਫਾਈਡ ਨਹੀਂ ਹੋਣੀ ਚਾਹੀਦੀ। ਇਹ ਜ਼ਰੂਰੀ ਨਹੀਂ ਕਿ ਕੜਾ ਹੀ ਤੁਹਾਨੂੰ ਇਫੈਕਟ ਕਰੂਗਾ, ਰਾਈਟ। ਜਿਹੜਾ ਹਾਈਡਰੋਜਨ ਸਲਫਾਈਡ ਹੈ ਇਹ ਕਿਤੇ ਕਿਤੇ ਹੋ ਸਕਦਾ ਹੈ, ਸਮਝਦੇ ਹੋ ਨਾ ਤੁਸੀਂ। ਐਗਸ ਦੇ ਵਿੱਚ ਵੀ ਜਿਹੜੇ ਐਗਸ ਉਹਨਾਂ ਦੀ ਸਮੈਲ, ਜਿੱਦਾਂ ਦੀ ਉਹਨਾਂ ਦੀ ਸਮੈਲ ਹੈ, ਉਹੀ ਕਿਹਦੀ ਹੁੰਦੀ ਹੈ? ਹਾਈਡਰੋਜਨ ਸਲਫਾਈਡ ਦੀ ਹੁੰਦੀ ਹੈ। ਮਤਲਬ ਉਹਨਾਂ 'ਚ ਹਾਈਡਰੋਜਨ ਸਲਫਾਈਡ ਹੈ।
ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 6। ਇਹ ਕੁਐਸਚਨ ਨੰਬਰ 6 ਹੈ ਨਾ ਜਿਹੜਾ, ਇਹ ਤੁਹਾਨੂੰ ਉਡਾਨ ਦੇ ਵਿੱਚ ਵੀ ਆਇਆ ਸੀ। ਅਸੀਂ ਪਿਛਲੇ ਸਾਲ, ਮੈਨੂੰ ਯਾਦ ਆ, ਅਸੀਂ ਜਦੋਂ ਸਟੇਜ ਤੇ ਅਨਾਉਂਸ ਕਰਦੇ ਹੁੰਦੇ ਸੀ ਉਡਾਨ ਦੇ ਕੁਐਸਚਨ, ਇਹ ਆਇਆ ਹੋਇਆ ਹੈ। ਰੀਟਾ ਹੈਜ਼ ਬੌਟ ਅ ਪੈਕੇਟ ਆਫ ਚਿਪਸ ਵਿਚ ਆਰ ਇਨਫਲੇਟਡ ਐਟ ਦ ਟॉप, ਵਿਚ ਟਾਈਪ ਆਫ ਗੈਸ ਇਜ਼ ਫਿਲਡ ਇਨ ਸੱਚ ਪੈਕੇਟਸ। ਜਿਹੜਾ ਹੁਣ ਕੀ ਕਰ ਰਿਹਾ ਤੁਹਾਡੇ ਕੋਲੇ, ਰੀਟਾ ਕੀ ਖਾ ਰਹੀ ਹੈ, ਚਿਪਸ ਦਾ ਇੱਕ ਪੈਕੇਟ ਖਾ ਰਹੀ ਹੈ, ਉਹ ਜੋ ਕਿ ਫੁੱਲਿਆ ਹੋਇਆ ਹੈ, ਥੋੜਾ ਮੋਟਾ ਹੈ। ਨਮਕੀਨ ਦੇ ਉਸ ਨਮਕੀਨ ਚਿਪਸ ਦੇ ਉਹਨਾਂ ਪੈਕਟਾਂ ਵਿੱਚ ਕਿਹੜੀ ਗੈਸ ਭਰੀ ਹੋਈ ਹੈ? ਤਾਂ ਇਹਦਾ ਆਨਸਰ ਤੁਸੀਂ ਲੱਭਣਾ, ਆਂਦਾ ਵੀ ਹੈ ਤੁਹਾਨੂੰ। ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਹਾਈਡਰੋਜਨ, ਕਿਹੜੀ ਗੈਸ ਭਰੀ ਹੁੰਦੀ ਹੈ? ਬਹੁਤ ਸੌਖਾ ਹੈ ਇਹ, ਮੇਰੇ ਹਿਸਾਬ ਨਾਲ ਇਹ 10ਵੀਂ ਦਾ ਨਹੀਂ, ਇਹ 6ਵੀਂ ਕਲਾਸ ਦੇ ਬੱਚਿਆਂ ਨੂੰ ਵੀ ਆਂਦਾ ਹੋਣਾ। 7th ਕੁਐਸਚਨ ਤੇ ਆਓ। ਅਰਜੁਨ ਦੇ ਅਧਿਆਪਕ ਨੇ ਉਸਨੂੰ ਦੱਸਿਆ ਕਿ ਸਾਹ ਕਿਰਿਆ ਦੌਰਾਨ ਸਾਡੇ ਸਰੀਰ ਦੇ ਸੈੱਲਾਂ ਵਿਚਲੀ ਆਕਸੀਜਨ ਗਲੂਕੋਸ ਨਾਲ ਮਿਲਦੀ ਹੈ ਅਤੇ ਊਰਜਾ ਪੈਦਾ ਹੁੰਦੀ ਹੈ। ਇਸ ਕਰਕੇ ਰਸਾਇਣਿਕ ਕਿਰਿਆ ਦਾ, ਇਹ ਕਿਸ ਰਸਾਇਣਿਕ ਕਿਰਿਆ ਦਾ ਉਦਾਹਰਣ ਹੈ? ਮਤਲਬ ਜਦੋਂ ਅਰਜੁਨ ਨੇ ਆਪਣੇ ਟੀਚਰਸ ਨੂੰ ਪੁੱਛਿਆ ਤਾਂ ਉਹਦੇ ਟੀਚਰ ਨੇ ਦੱਸਿਆ ਕਿ ਜਦੋਂ ਰੈਸਪੀਰੇਸ਼ਨ ਹੁੰਦੀ ਹੈ, ਠੀਕ ਹੈ, ਰੈਸਪੀਰੇਸ਼ਨ, ਜਦੋਂ ਸਾਹ ਕਿਰਿਆ ਹੁੰਦੀ ਹੈ, ਆਕਸੀਜਨ ਕੀ ਕਰਦੀ ਹੈ? ਪ੍ਰੈਜ਼ੈਂਟ ਇਨ ਆਰ ਬਾਡੀ ਸੈਲਸ, ਸਾਡੇ ਬਾਡੀ ਸੈਲਸ ਦੇ ਵਿੱਚ ਜਿਹੜੀ ਆਕਸੀਜਨ ਪ੍ਰੈਜ਼ੈਂਟ ਹੁੰਦੀ ਹੈ ਉਹ ਕਿਹਦੇ ਨਾਲ ਰਿਐਕਟ ਕਰਦੀ ਹੈ? ਗਲੂਕੋਸ ਦੇ ਨਾਲ ਰਿਐਕਟ ਕਰਦੀ ਹੈ, ਐਂਡ ਕੀ ਕਰਦੀ ਹੈ? એનર્ਜੀ ਪ੍ਰੋਡਿਊਸ ਕਰਦੀ ਹੈ, ਠੀਕ ਹੈ। ਐਂਡ ਦੇਅਰਫੋਰ ਰੈਸਪੀਰੇਸ਼ਨ ਇਜ਼ ਅ ਟਾਈਪ ਆਫ ਕੈਮੀਕਲ ਰਿਐਕਸ਼ਨ। ਕਿੱਦਾਂ ਦੀ ਕੈਮੀਕਲ ਰਿਐਕਸ਼ਨ ਹੈ? ਹੁਣ ਦੇਖੋ ਤੁਹਾਡੇ ਕੋਲੇ ਕੀ ਹੈ? ਆਕਸੀਜਨ, ਕਹਿੰਦਾ ਪਿਆ ਆਕਸੀਜਨ ਕਿਹਦੇ ਨਾਲ ਰਿਐਕਟ ਕਰ ਰਹੀ? ਗਲੂਕੋਸ। ਗਲੂਕੋਸ ਦਾ ਫਾਰਮੂਲਾ C6H12O6, ਠੀਕ ਆ। ਜਦੋਂ ਇਹ ਇਹਦੇ ਨਾਲ ਰਿਐਕਟ ਕਰਦੀ ਹੈ ਤਾਂ ਕੀ ਕਰ ਰਹੀ ਹੈ ਤੁਹਾਡੇ ਕੋਲੇ? ਨੋ ਡਾਊਟ ਕੁਝ ਪ੍ਰੋਡਕਟ ਬਣਾਉਂਦੀ ਹੈ, ਤੇ ਨਾਲ ਦੀ ਨਾਲ ਕੀ ਕਰ ਰਹੀ ਹੈ ਤੁਹਾਡੇ ਕੋਲੇ? ਹਲੇ ਤੁਹਾਡਾ ਮੇਨ ਕੰਸਰਨ ਕੀ ਹੈ? ਤੁਹਾਡੇ ਕੋਲੇ ਕੀ ਕਰ ਰਹੀ ਹੈ? ਬਹੁਤ ਸਾਰੀ એનર્ਜੀ ਜਨਰੇਟ ਕਰ ਰਹੀ ਹੈ। ਤਾਂ ਕਹਿੰਦਾ ਇਹ ਕਿੱਦਾਂ ਦੀ ਰਿਐਕਸ਼ਨ ਹੈ? ਇੱਕ ਐਂਡੋਥਰਮਿਕ ਐਗਜ਼ੋਥਰਮਿਕ ਰਿਐਕਸ਼ਨ ਹੈ, ਤਾਪ ਨਿਕਾਸੀ ਹੈ। ਐਂਡੋਥਰਮਿਕ ਹੈ, ਤਾਪ ਸੋਖੀ ਹੈ, ਫਿਜ਼ੀਕਲ ਰਿਐਕਸ਼ਨ ਹੈ, ਜਾਂ ਰੀਨਿਊਏਬਲ ਰਿਐਕਸ਼ਨ ਹੈ, ਉਲਟਣਯੋਗ ਪ੍ਰਕਿਰਿਆ ਹੈ। ਤਾਂ ਕਿੱਦਾਂ ਦੀ ਹੈ? ਜਿਹਦੇ 'ਚ એનર્ਜੀ ਪ੍ਰੋਡਿਊਸ ਹੁੰਦੀ ਹੈ, ਉਹਨੂੰ ਅਸੀਂ ਕਿਹੜੀ ਕਹਿੰਦੇ ਪਏ ਹਾਂ? એનર્ਜੀ ਨਿਕਲ ਰਹੀ ਹੈ ਨਾ, ਤੇ ਉਹੀ એનર્ਜੀ ਕੀ ਕਰ ਰਹੀ ਹੈ? ਉਹੀ એનર્ਜੀ ਅਸੀਂ ਯੂਟਿਲਾਈਜ਼ ਕਰਦੇ ਹਾਂ ਆਪਣੇ ਕੰਮ ਕਰਨ ਵਿੱਚ, ਹੈ ਨਾ। ਤਾਂ ਇਹਦਾ ਮਤਲਬ ਜਿਹੜਾ ਆਕਸੀਜਨ ਹੈ ਉਹ ਜਦੋਂ ਗਲੂਕੋਸ ਕੀ ਹੈ? ਕਾਰਬੋਹਾਈਡਰੇਟ। ਜਦੋਂ ਗਲੂਕੋਸ ਕੀ ਕਰਦਾ ਹੈ? ਕਾਰਬੋਹਾਈਡਰੇਟ ਦੇ ਨਾਲ ਰਿਐਕਟ ਕਰਦਾ ਹੈ, ਜਿਹੜੇ ਅਸੀਂ ਖਾਦੇ ਹੁੰਦੇ ਹੈ, ਤਾਂ ਉਸ ਦੌਰਾਨ એનર્ਜੀ ਨਿਕਲਦੀ ਹੈ, ਜਿਹੜੀ એનર્ਜੀ ਅਸੀਂ ਯੂਟਿਲਾਈਜ਼ ਕਰਦੇ ਹਾਂ ਕੋਈ ਵੀ ਕੰਮ ਕਰਨ ਵਿੱਚ। ਸਵੇਰ ਦੀ ਹੁਣ ਰੋਟੀ ਖਾਧੀ ਹੋਈ ਹੈ, ਉਹ ਜਿਹੜੀ ਰੋਟੀ ਹੈ ਉੱਥੇ ਜਦੋਂ ਆਕਸੀਜਨ ਰਿਐਕਟ ਕਰ ਰਹੀ ਹੈ, ਕੀ ਕਰ ਰਹੀ ਹੈ? ਤੁਹਾਨੂੰ ਪ੍ਰੋਡਕਟ ਤਾਂ ਬਣਾ ਰਹੀ ਹੈ, ਨਾਲ ਦੀ ਨਾਲ ਕੁਝ એનર્ਜੀ ਵੀ ਦੇ ਰਹੀ ਹੈ ਜਿਹਦੇ ਨਾਲ ਤੁਸੀਂ ਕੰਮ ਕਰ ਰਹੇ ਹੋ। ਇਹਦਾ ਮਤਲਬ ਇਸ ਰਿਐਕਸ਼ਨ ਦਾ ਨਾਲ એનર્ਜੀ ਨਿਕਲ ਰਹੀ ਹੈ ਜਿਹਨੂੰ ਤੁਸੀਂ ਯੂਟਿਲਾਈਜ਼ ਕਰ ਰਹੇ ਹੋ। એનર્ਜੀ ਜਿਸ ਰਿਐਕਸ਼ਨ ਚੋਂ ਬਾਹਰ ਨਿਕਲਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ? ਉਹਨੂੰ ਅਸੀਂ ਕਹਿੰਦੇ ਆ ਐਗਜ਼ੋਥਰਮਿਕ ਰਿਐਕਸ਼ਨ, ਤਾਪ ਨਿਕਾਸੀ ਰਸਾਇਣਿਕ ਕਿਰਿਆ। ਤਾਂ ਠੀਕ ਹੈ, ਤੁਸੀਂ ਇਸ ਚੀਜ਼ ਨੂੰ ਕੀ ਕਰ ਲਿਆ? 2 ਵਾਰੀ ਆ ਗਿਆ ਨਾ ਹੁਣ ਤਾਪ ਨਿਕਾਸੀ। ਤਾਂ ਇਹਦੇ ਵਿੱਚ ਕਿਹੜਾ ਆ ਜਾਊਗਾ? ਫਰਸਟ ਆਪਸ਼ਨ ਤੁਹਾਡੇ ਕੋਲੇ ਕਰੈਕਟ ਆ ਜਾਊਗਾ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਕਹਿੰਦਾ ਪਿਆ ਰੀਟਾ ਰਸੋਈ ਵਿੱਚ ਖਾਣਾ ਪਕਾਉਣ ਲਈ ਗਈ, ਉਸਨੇ ਤੇਲ ਦੀ ਬੋਤਲ ਚੁੱਕੀ ਜੋ ਕਿ ਕਾਫੀ ਸਮੇਂ ਤੋਂ ਇੰਜ ਹੀ ਰਸੋਈ ਵਿੱਚ ਪਈ ਸੀ, ਠੀਕ ਹੈ। ਉਹਨਾਂ ਨੇ ਆਇਲ ਸੀ ਜਿਹੜਾ ਉਹ ਯੂਜ਼ ਨਹੀਂ ਕੀਤਾ ਸੀ, ਉਹ ਇਦਾਂ ਹੀ ਪਿਆ ਸੀ। ਜਦੋਂ ਉਸਨੇ ਤੇਲ ਨੂੰ ਸੁੰਘਿਆ ਤਾਂ ਉਸ ਵਿੱਚੋਂ ਦੁਰਗੰਧ ਆ ਗਈ। ਜੋ ਪ੍ਰਕਿਰਿਆ ਇਸ ਲਈ ਜ਼ਿੰਮੇਵਾਰ ਹੈ ਉਹ ਹੈ। ਹੁਣ ਇੰਗਲਿਸ਼ ਦੇ ਵਿੱਚ ਕੀ ਕਹਿੰਦਾ ਪਿਆ ਦੇਖੋ, ਕਹਿੰਦਾ ਪਿਆ ਜਿਹੜਾ ਰੀਟਾ went to kitchen for cooking, she picked up bottle which was in kitchen since a long time। ਬਹੁਤ ਟਾਈਮ ਤੋਂ ਸੀ, ਕਦੀ ਕਦੀ ਹੁੰਦਾ ਨਾ ਅਸੀਂ ਚੀਜ਼ਾਂ ਛੇੜਦੇ ਨਹੀਂ ਹੈ। she noticed some bad odor when she smelled it। the reaction responsible for it is, ਕਿਹੜਾ ਹੋਊਗਾ ਸੋਚੋ। ਤਾਂ ਇਹ ਤੁਹਾਡੀ ਬੁੱਕ ਦਾ ਐਂਡ ਵਾਲਾ ਟੌਪਿਕ ਹੈ ਜਿਹਦੇ ਵਿੱਚ ਉਹ ਚਿਪਸ ਵਾਲਾ ਕੁਐਸਚਨ ਹੈ ਨਾ। ਤਾਂ ਕੀ ਹੁੰਦਾ ਹੈ? ਕੀ ਹੋ ਜਾਂਦੀ ਉੱਥੇ? ਰੈਨਸੀਡੀਫਿਕੇਸ਼ਨ ਹੋ ਜਾਂਦੀ ਹੈ ਨਾ। ਤਾਂ ਇਹ ਜਿਹੜੀ ਪ੍ਰਕਿਰਿਆ ਹੈ ਇਹ ਕੀ ਕਰਦੀ ਹੈ? ਇਹਦੇ ਕਰਕੇ ਕੀ ਹੁੰਦਾ ਹੈ ਤੁਹਾਡੇ ਕੋਲੇ? ਇਸ ਰੈਂਡੀਫਿਕੇਸ਼ਨ ਕਰਕੇ ਤੁਹਾਡੇ ਕੋਲੇ ਕੀ ਹੁੰਦਾ? ਜਾਂ ਤਾਂ ਤੁਹਾਡੇ ਕੋਲੇ ਪੂਰਾ ਆਕਸੀਡੇਸ਼ਨ ਹੋ ਜਾਂਦਾ ਹੈ, ਕੰਪਲੀਟ, ਜਾਂ ਇਨਕੰਪਲੀਟ ਜਿਹਨੂੰ ਪਾਰਸ਼ੀਅਲ ਕਹਿੰਦੇ ਆ, ਹੈ ਨਾ। ਤਾਂ ਕੀ ਹੋ ਜਾਂਦਾ ਹੈ? ਲਘੂਕਰਨ ਹੋ ਜਾਂਦਾ ਹੈ, ਜਾਂ ਪੂਰਾ ਹੁੰਦਾ ਹੈ, ਜਾਂ ਅਧੂਰਾ ਹੁੰਦਾ ਹੈ, ਥੋੜਾ ਜਿਹਾ ਰਹਿ ਜਾਂਦਾ ਹੈ। ਜਿਸ ਕਰਕੇ ਕੀ ਹੋ ਜਾਂਦਾ? ਤੁਹਾਡੇ ਕੋਲੇ ਜਿਹੜਾ ਤੇਲ ਹੈ ਉਹਦੇ ਵਿੱਚੋਂ ਫਾਊਲ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚੋਂ ਕੀ ਆਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਕੋਲੇ? ਤੁਹਾਨੂੰ ਜਿੱਦਾਂ ਦੀ ਬੈਡ ਆਰਡਰ, ਜਿੱਦਾਂ ਉਹਨੇ ਲਿਖਿਆ ਹੋਇਆ ਬੈਡ ਆਰਡਰ ਆਣਾ ਸਟਾਰਟ ਹੋ ਜਾਂਦਾ ਹੈ। ਤਾਂ ਕਿਹਦੇ ਕਰਕੇ ਆਣਾ ਸ਼ੁਰੂ ਹੋ ਜਾਂਦਾ ਹੈ? ਕੀ ਕਰੋਜ਼ਨ ਹੁੰਦਾ ਹੈ? ਨਹੀਂ। ਕੀ ਰਿਡਕਸ਼ਨ ਹੁੰਦਾ ਹੈ? ਨਹੀਂ। ਆਕਸੀਡੇਸ਼ਨ ਹੁੰਦੀ? ਹਾਂਜੀ ਬਿਲਕੁਲ ਆਕਸੀਡੇਸ਼ਨ ਹੁੰਦੀ ਹੈ, ਲਘੂਕਰਨ ਹੁੰਦਾ ਹੈ। ਜਾਂ ਕੰਪਲੀਟ ਜਾਂ ਪਾਰਸ਼ੀਅਲ, ਜਾਂ ਪੂਰਾ ਹੋ ਜਾਂਦਾ ਹੈ, ਜਾਂ ਥੋੜਾ ਥੋੜਾ
रह जाता है। 9th क्वेश्चन देखो, राम हैज़ बॉट सम न्यू आयरन आइटम्स। राम ने कुछ नवीं वस्तुआं खरीदियां, किहड़ियां बणियां होईयां सी, लोहे दियां बणियां होईयां सी, जो बहुत शाइन कर रही सी, विच वर वेरी शाइनी। बट आफ्टर सम टाइम ही नोटिस्ड अ लेयर ऑफ ब्राउन कलर्ड पाउडर ऑन दैम, द रिएक्शन इज नोन एज। उन्हें कुछ समय बाद उसते लाल भूरे रंग दे पाउडर की परत बनी वेखी। इस प्रक्रिया का नाम की सी? की हुंदा है जो लोहे के उत्ते लाल भूरे रंग की परत चढ़ जाती है, रैड ब्राउन लेयर आ जाती है, उन्होंने की कहने असी? जंग लगना, राइट? रस्टिंग। तो केड़ा ऑप्शन सही है? कुछ भी पढ़ने की लोड़ नहीं, सिर्फ रस्टिंग लभना है, जंग लगना। ठीक, ऑक्सीडेशन नहीं हो सकता क्योंकि जंग विच ऑक्सीडेशन ते रिडक्शन इकट्ठा हुंदा है, ये गलत है, इन्हें अद्धा आंसर दिता होया। ठीक है ना, ऑक्सीकरण नहीं होगा। ऑक्सीकरण दे नाल एक होर वर्ड भी इन्हू देना चाहिए है, रिडक्शन, है ना? तो ये तो गलत है। दोहरा विस्थापन प्रक्रिया भी नहीं है, इन्हां विचों कुछ भी नहीं है। केड़ा ऑप्शन सही है? रस्टिंग, फर्स्ट ऑप्शन सही है। उस तो बाद नैक्सट क्वेश्चन देखो, क्वेश्चन नंबर 10th क्वेश्चन है, ਅੱਜ ਸੁਨੀਤਾ ਤੇ ਅਨੀਤਾ ਜਲੀ ਪੋਟਾਸ਼ੀਅਮ ਆਇਓਡਾਈਡ ਅਤੇ ਜਲੀ ਲੈਡ ਨਾਈਟ੍ਰੇਟ ਵਿਚਕਾਰ ਦੋਹਰਾ ਵਿਸਥਾਪਨ ਪ੍ਰਕਿਰਿਆ ਨੂੰ ਸਮਝਣ ਵਿੱਚ ਲੈਬ ਵਿੱਚ ਪ੍ਰਯੋਗ ਕਰ ਰਹੀਆਂ ਸੀ। ਠੀਕ ਹੈ, ਦੋ ਸਹੇਲੀਆਂ ਹੈ ਸੁਨੀਤਾ ਤੇ ਅਨੀਤਾ, ਉਹ ਲੈਬ ਦੇ ਵਿੱਚ ਇੱਕ ਐਕਸਪੈਰੀਮੈਂਟ ਪਰਫਾਰਮ ਕਰ ਰਹੀਆਂ ਸੀ। ਕਿਹਨੇ ਵਾਸਤੇ? ਉਹ ਕੀ ਸਮਝਣਾ ਚਾਹੁੰਦੇ ਸੀ? ਡਬਲ ਡਿਸਪਲੇਸਮੈਂਟ ਰਿਐਕਸ਼ਨ ਸਮਝਣਾ ਚਾਹੁੰਦੇ ਸੀ, ਜੋ ਕਿਹਦੇ ਵਿੱਚ ਹੋ ਰਿਹਾ ਹੈ? पोटाशियम आयोडाइड ਦੇ ਵਿੱਚ ਹੋ ਰਿਹਾ ਤੇ ਲੈਡ ਨਾਈਟ੍ਰੇਟ ਦੇ ਵਿੱਚ ਹੋ ਰਿਹਾ। ਠੀਕ ਹੈ ਜੀ, ਬਟ ਦੇ ਡਿਡਨਟ ਫਾਈਂਡ ਐਨੀ ਲੈਡ ਨਾਈਟ੍ਰੇਟ ਇਨ ਲੈਬੋਰਟਰੀ। ਉਹਨਾਂ ਨੂੰ ਲੈਡ ਨਾਈਟ੍ਰੇਟ ਲੈਬੋਰਟਰੀ 'ਚ ਨਹੀਂ ਮਿਲਿਆ। ਕਦੀ ਕਦੀ ਖਤਮ ਹੋ ਜਾਂਦਾ, ਕਦੀ ਕਦੀ ਕੋਈ ਕੈਮੀਕਲ ਖਤਮ ਹੋ ਜਾਂਦਾ, ਉਹਨਾਂ ਦੇ ਵੀ ਖਤਮ ਹੋ ਗਿਆ ਹੋਣਾ। ਇਹਨਾਂ ਵਿੱਚੋਂ ਕਿਸ ਨੂੰ ਲੈਡ ਨਾਈਟ੍ਰੇਟ ਦੀ ਥਾਂ ਤੇ ਵਰਤ ਸਕਦੇ ਨੇ? ਦੇਖੋ, ਜੇ ਤੁਸੀਂ ਇਹ ਐਕਸਪੈਰੀਮੈਂਟ ਸੱਚੀ ਮੁੱਚੀ ਸਮਝਿਆ ਹੋਇਆ ਤਾਂ ਇਹ ਐਕਸਪੈਰੀਮੈਂਟ ਬਹੁਤ ਸੋਹਣਾ ਐਕਸਪੈਰੀਮੈਂਟ ਹੈ। ਇਹਦੇ ਦੌਰਾਨ ਜਿਹੜੇ ਯੈਲੋ ਕਲਰ ਆਉਂਦਾ ਹੈ ਨਾ, ਉਹ ਬਹੁਤ ਸੋਹਣਾ ਕਲਰ ਆਉਂਦਾ ਹੈ। ਰਿਐਕਸ਼ਨ ਕੀ ਹੁੰਦਾ ਤੁਹਾਡੇ ਕੋਲੇ? ਤੁਸੀਂ ਕਹਿੰਦੇ ਆ ਪੋਟਾਸ਼ੀਅਮ ਆਇਓਡਾਈਡ, ਹੈ ਨਾ? ਪੋਟਾਸ਼ੀਅਮ ਆਇਓਡਾਈਡ ਕਿਹਦੇ ਨਾਲ ਰਿਐਕਟ ਕਰਦਾ ਤੁਹਾਡੇ ਕੋਲੇ? ਲੈਡ ਨਾਈਟ੍ਰੇਟ। ਲੈਡ ਨਾਈਟ੍ਰੇਟ ਦਾ ਫਾਰਮੂਲਾ PbNO3 ਟਵਾਈਸ, ਹੈ ਨਾ? ਹੁਣ ਹੁੰਦਾ ਕੀ ਹੈ ਇਹਦੇ ਵਿੱਚ? ਦੇਖੋ, ਤੁਹਾਡੇ ਕੋਲ ਇੱਥੇ ਬਣਦੇ ਨੇ, ਜਿੱਦਾਂ ਤੁਸੀਂ ਇਹਨਾਂ ਨੂੰ ਮਿਕਸ ਕਰੋਗੇ ਤੁਹਾਡੇ ਕੋਲੇ ਆ ਜਾਣਗੇ ਯੈਲੋ ਪ੍ਰੈਸੀਪਿਟੇਟ। ਤੁਹਾਡੇ ਕੋਲੇ ਪੀਲੇ ਰੰਗ ਦੇ ਨਾ ਕੀ ਬਣ ਜੂਗਾ? ਤੁਹਾਡੇ ਕੋਲੇ ਨਿੱਕੇ 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 ਪ੍ਰੈਸੀਪਿਟੇਟ ਬਣਨੇ ਸਟਾਰਟ ਹੋ ਜੂਗੇ और कलर बहुत सोहना येलो कलर आता है। ठीक है, तो किहदे करके येलो प्रेसिपिटेट बनते हैं? येलो प्रेसिपिटेट बनते हैं तुहाडे कोले लैड आयोडाइड करके। ठीक है, PBI करके बनते हैं। और जेकर तुसी कैमिकल रिएक्शंस प्रॉपरली समझिया, तुहानूं पता जो प्रेसिपिटेट बनते हैं तो की करते हैं? डाउनवर्ड एरो शो करते हैं। और नाल दी नाल तुहाडे कोले की बनदा है? नाल बनदा तुहाडे कोले पोटाशियम नाइट्रेट। अच्छा, हुण पोटाशियम नाइट्रेट दा काम की है? ये पानी विच घुलिया रहिंदा है, ये जिहड़ा वो तुहाडे कोले सोल्यूशन हुंदा उह च घुलिया रहिंदा है, कुछ नहीं करदा। ठीक है, येलो प्रेसिपिटेट किहदे करके आंदे आ? लैड आयोडाइड करके आंदे आ। हुण तुहानूं कहंदा पिया आ लैड नाइट्रेट लैब दे विच खत्म हो गया। ठीक है, तुहानूं पता है कि इहदे विचों किहने ये रिएक्शन देना? लैड ने देना कि नाइट्रेट ने देना? लैड ने। मतलब ਤੁਸੀਂ ਹੁਣ ਕੋਈ ਉਹੋ ਜਿਹਾ ਰਸਾਇਣ, ਉਹੋ ਜਿਹਾ ਕੈਮੀਕਲ ਲੱਭੋਗੇ ਲੈਬ ਦੇ ਵਿੱਚ ਜਿਹਦੇ ਵਿੱਚ ਕੀ ਪਿਆ ਹੋਵੇ? ਲੈਡ ਪਿਆ ਹੋਵੇ, ਨਾ ਕਿ ਨਾਈਟ੍ਰੇਟ ਪਿਆ ਹੋਵੇ। ਕਿਉਂਕਿ ਤੁਹਾਨੂੰ ਇਹ ਇਸ ਰਿਐਕਸ਼ਨ ਦੀ ਸਮਝ ਹੈ ਕਿ ਜੇ ਪ੍ਰੈਸੀਪਿਟੇਟ ਬਣਨੇ ਹੈ, ਜੇ ਯੈਲੋ ਕਲਰ ਆਣਾ ਹੈ, ਯੈਲੋ ਕਲਰ ਦੇ ਪ੍ਰੈਸੀਪਿਟੇਟ ਬਣਨੇ ਨੇ, ਉਹ ਕਿਹਦੇ ਕਰਕੇ ਬਣਨੇ ਨੇ? ਲੈਡ ਆਇਓਡਾਈਡ ਕਰਕੇ। ਆਇਓਡਾਈਡ ਦੇ ਨਾਲ ਕੀ ਚਾਹੀਦਾ ਹੈ? ਲੈਡ ਚਾਹੀਦਾ। ਠੀਕ ਹੈ, ਤਾਂ ਅਸੀਂ ਕਿਹੜਾ ਸਾਲਟ ਲੱਭਾਂਗੇ? ਕਿਹੜਾ ਤੁਹਾਡੇ ਕੋਲੇ ਤੁਸੀਂ ਕਿਹੜਾ ਕੈਮੀਕਲ ਲੱਭੋਗੇ ਜਿਹਦੇ ਵਿੱਚ ਲੈਡ ਜ਼ਰੂਰ ਹੋਵੇ? ਤਾਂ ਦੇਖੀਏ, ਅਸੀਂ ਲੈਡ ਸਲਫੇਟ ਲਵਾਂਗੇ, ਅਸੀਂ ਲੈਡ ਐਸੀਟੇਟ ਲਵਾਂਗੇ, ਅਸੀਂ ਅਮੋਨੀਅਮ ਨਾਈਟ੍ਰੇਟ ਲਵਾਂਗੇ ਕਿ ਪੋਟਾਸ਼ੀਅਮ ਸਲਫੇਟ ਲਵਾਂਗੇ? ਕਿਹੜਾ ਲਵਾਂਗੇ ਅਸੀਂ ਇਹਦੇ ਵਿੱਚੋਂ ਕੀ ਲਵਾਂਗੇ? ਲੈਡ ਐਸੀਟੇਟ ਲਵਾਂਗੇ। ਠੀਕ ਆ, ਕਿਉਂਕਿ ਉਹਨਾਂ ਨੇ ਦੇਖੋ ਇੱਥੇ ਕੀ ਲਿਖਿਆ ਹੋਇਆ? ਉਹਨੇ ਲਿਖਿਆ ਹੋਇਆ ਲੈਡ ਸਲਫੇਟ। ਇਹ ਵੀ ਕੋਈ ਕਹੂਗਾ ਇਹ ਕਿਉਂ ਨਹੀਂ ਲਵਾਂਗੇ? ਉਹਨੇ ਲਿਖਿਆ ਹੋਇਆ ਨੌਨ ਐਕੁਅਸ, ਅਘੁਲਣਸ਼ੀਲ, ਮਤਲਬ ਇਹ ਪਾਣੀ ਵਿੱਚ ਨਹੀਂ ਘੁਲਦਾ ਪਿਆ। ਤਾਂ ਜਿਹੜੀ ਚੀਜ਼ ਪਾਣੀ 'ਚ ਘੁਲਦੀ ਨਹੀਂ ਪਈ, ਅਸੀਂ ਤਾਂ ਰਿਐਕਸ਼ਨ ਪਾਣੀ ਵਿੱਚ ਘੋਲ ਕੇ ਕਰਨਾ ਹੈ ਨਾ? तो ਅਸੀਂ ਇਹਨੂੰ ਕੀ ਕਰਾਂਗੇ? ਇਹਨੂੰ ਅਵੋਇਡ ਕਰਾਂਗੇ। ਕੌਣ ਲਵਾਂਗੇ? ਲੈਡ ਐਸੀਟੇਟ। ਹੁਣ ਜਿਹਨੇ ਰਿਐਕਸ਼ਨ ਨਹੀਂ ਪੜਿਆ ਹੋਣਾ, ਜਿਹਨੂੰ ਨਹੀਂ ਪਤਾ ਕਿ ਇਸ ਰਿਐਕਸ਼ਨ ਦੌਰਾਨ ਕੀ ਹੁੰਦਾ, ਉਹਨੇ ਪਤਾ ਕੀ ਕਹਿਣਾ? ਉਹਨੇ ਕਹਿਣਾ ਅੱਛਾ ਲੈਡ ਨਾਈਟ੍ਰੇਟ ਹੈ ਤੇ ਅਮੋਨੀਅਮ ਨਾਈਟ੍ਰੇਟ ਚੱਕ ਲਓ। ਨਾ, ਅਮੋਨੀਅਮ ਨਾਈਟ੍ਰੇਟ ਨਹੀਂ, ਰਿਐਕਸ਼ਨ ਯੈਲੋ ਪ੍ਰੈਸੀਪਿਟੇਟ, ਯੈਲੋ ਕਲਰ ਕਿਹਦੇ ਕਰਕੇ ਆਉਂਦਾ? ਲੈਡ ਕਰਕੇ ਆਉਂਦਾ। ਤਾਂ ਉਹ ਦੇਖੋ ਜਿਹਦੇ ਵਿੱਚ ਲੈਡ ਹੈ, ਉਹ ਕਿਹੜਾ ਲੈ ਸਕਦੇ ਹਾਂ ਅਸੀਂ? ਲੈਡ ਐਸੀਟੇਟ ਲੈ ਸਕਦੇ ਹਾਂ। ਤਾਂ ਵੀ ਇਹ ਰਿਐਕਸ਼ਨ ਹੋਊਗਾ, ਤਾਂ ਵੀ ਤੁਹਾਡੇ ਕੋਲੇ ਕੀ ਆ ਜਾਊਗਾ? PBI ਆ ਜਾਊਗਾ। ਉੱਥੇ ਜਿੱਥੇ ਪੋਟਾਸ਼ੀਅਮ ਨਾਈਟ੍ਰੇਟ ਬਣਦਾ ਪਿਆ ਹੈ ਨਾ, ਉੱਥੇ ਤੁਹਾਡੇ ਕੋਲੇ ਕੀ ਬਣ ਜਾਊਗਾ? ਪੋਟਾਸ਼ੀਅਮ ਐਸੀਟੇਟ ਬਣ ਜਾਊਗਾ। ਠੀਕ, ਬਹੁਤ ਸੌਖਾ ਹੈ। आओ ਹੁਣ क्वेश्चन नंबर 11 ਤੇ ਚੱਲੀਏ।
क्वेश्चन नंबर 11 देखो की कहता पिया। ਅੱਜ ਮਨਿੰਦਰ ਨੇ ਸਾਇੰਸ ਲੈਬ ਵਿੱਚ ਚਾਰਟ ਅਤੇ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਹੋਈ ਰਸਾਇਣਿਕ ਕਿਰਿਆ ਨੂੰ ਵੇਖਿਆ। ਠੀਕ ਹੈ, ਉਹਨੇ ਕੀ ਕੀਤਾ, ਉਸਨੇ ਜਿਹੜਾ ਇਹ ਮੈਗਨੀਸ਼ੀਅਮ ਰਿਬਨ ਵਾਲਾ, ਠੀਕ ਹੈ, ਇਹਨੂੰ ਜਦੋਂ ਜਲਾਉਂਦੇ ਆ ਡੈਜ਼ਲਿੰਗ ਵਾਈਟ ਲਾਈਟ ਪ੍ਰੋਡਿਊਸ ਹੁੰਦੀ ਹੈ। ਤੋ ਉਹਦੇ ਵਿੱਚ ਕੀ ਕਹਿੰਦਾ ਪਿਆ, ਉਸਨੇ ਰਸਾਇਣਿਕ ਸਮੀਕਰਨ ਵਿੱਚ ਮੈਗਨੀਸ਼ੀਅਮ ਆਕਸਾਈਡ ਦਾ ਸੂਤਰ ਵੇਖਿਆ। ਹੁਣ ਉਹਨੇ ਇਹ ਰਿਐਕਸ਼ਨ ਕਿੱਥੇ ਦੇਖਿਆ, ਚਾਰਟ ਤੇ ਲਿਖਿਆ ਹੋਇਆ ਸੀ। ਠੀਕ ਆ, ਕੀ ਤੁਸੀਂ ਦੱਸ ਸਕਦੇ ਹੋ ਕਿ ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਕੀ ਹੈ? ਕੈਨ ਯੂ ਟੈਲ ਕੈਮੀਕਲ ਫਾਰਮੂਲਾ ਆਫ ਮੈਗਨੀਸ਼ੀਅਮ ਆਕਸਾਈਡ? ਬਿਲਕੁਲ ਦੱਸ ਸਕਦੇ ਹਾਂ, ਸਾਨੂੰ ਕੈਮੀਕਲ ਰਿਐਕਸ਼ਨ ਆਉਂਦੀ ਹੈ। ਮੈਗਨੀਸ਼ੀਅਮ ਜਦੋਂ ਆਕਸੀਜਨ ਦੇ ਨਾਲ ਰਿਐਕਟ ਕਰਦਾ ਹੈ, ਹੀਟ ਕਰਦੇ ਆ, ਆਪਾਂ ਇਗਨਾਈਟ ਕਰਦੇ ਆ, ਤਾਂ ਕੀ ਬਣਾਉਂਦਾ ਹੈ? ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਬਣਾਉਂਦਾ ਉਹਦੇ ਤੇ ਮਤਲਬ ਉਹ ਕਿਹਦੇ 'ਚ ਚੇਂਜ ਹੋ ਜਾਂਦਾ ਜਿਹੜਾ ਜਦੋਂ ਤੁਸੀਂ ਇਹਨੂੰ ਜਲਾਉਂਦੇ ਆ, ਹੈ ਨਾ, ਇਹਦੀ ਜਿਹੜੀ ਐਸ਼ ਬਣਦੀ ਹੈ, ਤੁਸੀਂ ਵਾਚ ਗਲਾਸ ਤੇ ਇਕੱਠੀ ਕਰਦੇ ਹੋ ਨਾ, ਉਹ ਐਸ਼ ਕੀ ਹੈ, ਉਹ ਜਿਹੜੀ ਰਾਖ ਹੈ ਕੀ ਹੈ, ਉਹ ਇਹ ਹੈ ਮੈਗਨੀਸ਼ੀਅਮ ਆਕਸਾਈਡ। ਔਰ ਨਾਲ ਦੀ ਨਾਲ ਮੈਂ ਕੀ ਲਿਖਾਂ ਇੱਥੇ, ਕੀ ਪ੍ਰੋਡਿਊਸ ਹੁੰਦਾ ਤੁਹਾਡੇ ਕੋਲੇ? ਲਾਈਟ ਪ੍ਰੋਡਿਊਸ ਹੁੰਦੀ, ਲਾਈਟ એનર્ਜੀ ਪ੍ਰੋਡਿਊਸ ਹੁੰਦੀ। ਕਿੱਦਾਂ ਦੀ? ਵਾਈਟ ਲਾਈਟ એનર્ਜੀ, ਵਾਈਟ ਡੈਜ਼ਲਿੰਗ ਵਾਈਟ ਲਾਈਟ ਪ੍ਰੋਡਿਊਸ ਹੁੰਦੀ ਹੈ ਨਾ। तो की बनता है ਤੁਹਾਡੇ ਕੋਲੇ? मैग्नीशियम ऑक्साइड बनता है, MgO बनता है। तो देखो MgO कितने पे? थर्ड ऑप्शन है। ठीक, हुण इस क्वेश्चन का फर्स्ट क्वेश्चन तो डिफरेंस है। उत्थे उन्हें पूछा सी कि तुहानू ये ਜਿਹੜਾ ਮੈਗਨੀਸ਼ੀਅਮ ਰਿਬਨ ਇਹਨੂੰ ਰਬ ਕਿਉਂ ਕਰਦੇ ਹੋ, ਉੱਥੇ ਕਿਹੜੀ ਲੇਅਰ ਚੜੀ ਹੁੰਦੀ? ਬੇਸਿਕ ਮੈਗਨੀਸ਼ੀਅਮ ਕਾਰਬੋਨੇਟ ਦੀ। ਕਿਉਂ? ਆਕਸੀਜਨ ਦੇ ਨਾਲ ਸਿੱਧਾ ਨਹੀਂ ਰਿਐਕਟ ਕਰਦਾ, ਆਕਸੀਜਨ ਵਾਸਤੇ ਹੀਟ ਕਰਨਾ ਪੈਂਦਾ ਹੈ। ਆਕਸੀਜਨ, ਕਾਰਬਨ ਡਾਈਆਕਸਾਈਡ ਤੇ ਵਾਟਰ ਤਿੰਨੋਂ ਕੀ ਕਰਦੇ ਆ? ਮੈਗਨੀਸ਼ੀਅਮ ਨੂੰ ਚੇਂਜ ਕਰ ਦਿੰਦੇ ਆ ਬੇਸਿਕ ਮੈਗਨੀਸ਼ੀਅਮ ਕਾਰਬੋਨੇਟ ਦੇ ਵਿੱਚ। ਤਾਂ ਅਸੀਂ ਇਹਨੂੰ ਕੀ ਕਰਦੇ ਆ? ਰੇਗਮਾਰ ਦੇ ਨਾਲ ਰਗੜਦੇ ਆ। ਬਟ ਜਦੋਂ ਹੀਟ ਕਰਦੇ ਆ ਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ। ਉਸ ਤੋਂ ਬਾਅਦ ਨੈਕਸਟ ਦੇਖੋ ਤੁਸੀਂ, ਲਓ ਹੁਣ ਆਪਾਂ ਦੇਖਦੇ ਆ ਸਾਡੇ ਕੋਲੇ ਕੁਐਸਚਨ ਨੰਬਰ 12 ਹੈ। ਰਾਹੁਲ ਸਮੀਕਰਨਾਂ ਨੂੰ ਸੰਤੁਲਿਤ ਕਰਨ ਦਾ ਅਭਿਆਸ ਕਰ ਰਿਹਾ ਹੈ। ਹੈਗੇ ਨਾ ਤੁਹਾਡੇ ਕੋਲੇ ਕੈਮੀਕਲ ਰਿਐਕਸ਼ਨਸ ਦਾ, ਤੁਸੀਂ ਕੀ ਕਰਦੇ ਆ? ਕੈਮੀਕਲ ਰਿਐਕਸ਼ਨਸ, ਕੈਮੀਕਲ ਇਕੁਏਸ਼ਨਸ ਨੂੰ ਬੈਲੈਂਸ ਕਰਦੇ ਆ, ਹੈ ਨਾ, ਬਾਈ ਹਿੱਟ ਐਂਡ ਟ੍ਰਾਇਲ ਮੈਥਡ। ਪਰ ਉਸ ਤੋਂ ਹੇਠ ਲਿਖੀ ਸਮੀਕਰਨ ਸੰਤੁਲਿਤ ਨਹੀਂ ਹੋ ਪਾ ਰਹੀ। ਠੀਕ ਹੈ, ਉਹ ਬੈਲੈਂਸ ਨਹੀਂ ਕਰ ਪਾ ਰਿਹਾ। ਸਮੀਕਰਨ ਕਿਹੜੀ ਹੈ? ਦੇਖੋ ਸਮੀਕਰਨ ਹੈ ਤੁਹਾਡੇ ਕੋਲੇ ਆਇਰਨ ਤੇ ਨਾਲ ਕੀ ਹੈ? ਵਾਟਰ ਮਿਲ ਕੇ ਕੀ ਬਣਾਉਂਦੇ ਪਏ ਨੇ? Fe3O4 ਨਾਲ ਕੀ ਬਣਾ ਰਿਹਾ? ਹਾਈਡਰੋਜਨ, ਹੈ ਨਾ। तो यही है। बैलेंस किद्दां करांगे? इत्थों देखने की बजाय पहला खुद बैलेंस करो। पहला मैटल नूं बैलेंस करते होंदे आ, इधर एक आयरन है, इधर 3 आयरन है। की करा? इनू 3 दे नाल मल्टीप्लाई करदा। हुण कौन बचिया? बाकी 2 चीज़ां किहड़ियां? इत्थे हाइड्रोजन है, इधर भी हाइड्रोजन है, इधर ऑक्सीजन है, इधर ऑक्सीजन है। हुण तुसीं किहनूं बैलेंस करना चाहते? पहला मैं कहने मैं पहला बैलेंस करना चाहते ऑक्सीजन नूं। किन्ने ऑक्सीजन? इधर 1, इधर 4। इनू मैं 4 दे नाल मल्टीप्लाई करदा। हिट एंड ट्रायल है, किसी नाल भी मल्टीप्लाई कर सकते हैं। तो देखो 4 ऑक्सीजन बैलेंस हो गए, 4 ऑक्सीजन बैलेंस हो गए। हुण मैं तुहानूं स्टैप भी दसदे पे, पहला मैं मैटल नूं बैलेंस किया, उस तो बाद मैं आई हाइड्रोजन ते ऑक्सीजन बचदे सी, तो मैं उहदे चों पहला ऑक्सीजन नूं चूज कर लिया। हाइड्रोजन काउंट करो किन्ने हो गए? इधर किन्ने हो गए? 8। इधर किन्ने ऑक्सीजन है? 2। इत्थे 8 बनाने वास्ते की करा? इहनूं 4 दे नाल मल्टीप्लाई करदा। तो ये होगी इक्वेशन बैलेंस। हुण इहदे नाल देखो ਤੁਹਾਡੀ ਚਾਹੇ ਜੇ ਤੁਸੀਂ ਪੰਜਾਬੀ ਮੀਡੀਅਮ ਰੱਖਿਆ ਹੈ, ਤੁਸੀਂ ਇੰਗਲਿਸ਼ ਮੀਡੀਅਮ ਰੱਖਿਆ, ਕਿਹੜੀ ਮੈਚ ਕਰ ਰਹੀ ਹੈ? ਤੁਹਾਡੇ ਕੋਲੇ 3 ਆਇਰਨ 4 ਵਾਟਰ ਕਿੱਥੇ ਹੈ? ਆ ਦੇਖੋ 3 ਆਇਰਨ 4 ਵਾਟਰ ਵਾਲੀਆਂ 2 ਲੱਭ ਗਈਆਂ। ਹੁਣ ਸਾਡੇ ਨਾਲ ਕਿਹੜੀ ਮੈਚ ਕਰਦੀ ਪਈ ਹੈ? ਸਾਡੇ ਨਾਲ ਮੈਚ ਕਰਦੀ ਪਈ ਹੈ ਐਂਡ ਵਾਲੀ, ਹੈ ਨਾ। ਤੋ ਅਸੀਂ ਕਿਹਨੂੰ ਕਵਾਂਗੇ? 4th ਸਹੀ ਹੈ। ਇਹਦੇ ਵਿੱਚੋਂ ਜਿਹੜੀ ਸੱਸਾ ਹੈ ਉਹ ਤੁਹਾਡੇ ਕੋਲੇ ਕੀ ਹੈ? ਸਹੀ ਹੈ। ਠੀਕ ਆ, ਨੈਕਸਟ ਕਰੀਏ ਕੁਐਸਚਨ ਨੰਬਰ 13। देखो क्वेश्चन नंबर 13 ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ? ਕਹਿੰਦਾ ਪਿਆ ਅੱਜ ਇਮਰੋਜ਼ ਕਲਾਸ ਵਿੱਚ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਬਾਰੇ ਪੜ੍ਹ ਰਿਹਾ ਸੀ। ਕੋਈ ਬੱਚਾ ਹੈ ਇਮਰੋਜ਼, ਉਹ ਕੀ ਕਰ ਰਿਹਾ ਸੀਗਾ? ਆਪਣੀ ਕਲਾਸ ਦੇ ਵਿੱਚ ਬੈਠਾ ਕੁਝ ਡਿਫਰੈਂਟ ਕੈਮੀਕਲ ਰਿਐਕਸ਼ਨਸ ਨੂੰ ਸਟੱਡੀ ਕਰਦਾ ਪਿਆ ਸੀਗਾ। ਵਿਚ ਟਾਈਪ ਆਫ ਦਾ ਰਿਐਕਸ਼ਨ ਇਜ਼ ਗਿਵਨ ਬਿਲੋ। ਤਾਂ ਤੁਹਾਨੂੰ ਕਹਿੰਦਾ ਪਿਆ ਅਗਰ ਤੁਹਾਡੇ ਕੋਲੇ ਆ ਰਿਐਕਸ਼ਨ ਹੈ, ਤੁਹਾਡੇ ਕੋਲੇ CH4 ਨੂੰ ਕੀ ਕਹਿੰਦੇ ਆ? ਮੀਥੇਨ प्लस ऑक्सीजन की बनाते पे? कार्बन डाइऑक्साइड, वाटर ते हीट, है ना। तो कहता पे किदां दी रिएक्शन है ये? ताप निकासी क्रिया है, ताप सौखी क्रिया है, दोवें है, दोहां विचों कोई भी नहीं है। एक्सोथर्मिक है, एंडोथर्मिक है, बोथ है, नन ऑफ अबव। किहड़ी है? तुहानूं पता जो हीट निकलती है किहड़ी रिएक्शन हुंदी है ना। अच्छा, आसानी नाल इहदा आंसर लभ लूंगे और दस भी दूंगे। एक मैं भी तुहानूं पुछदे आ, मैं जे कवां मीथेन तुहाडे कोले एक फ्यूल है, ठीक है। फ्यूल ਨੂੰ ਜਦੋਂ ਤੁਸੀਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਜਲਾਉਂਦੇ ਹੋ, ਜੋ ਵੀ ਪ੍ਰੋਡਕਟ ਬਣਦਾ ਹੈ, ਠੀਕ ਹੈ, ਉਹਨਾਂ ਪ੍ਰੋਡਕਟਸ ਦੇ ਨਾਮ ਕੀ ਹੈ? ਔਰ ਇਸ ਰਿਐਕਸ਼ਨ ਨੂੰ ਐਗਜ਼ੋਥਰਮਿਕ ਰਿਐਕਸ਼ਨ ਤੋਂ ਇਲਾਵਾ ਹੋਰ ਕਿਹੜਾ ਨਾਮ ਦੇ ਸਕਦੇ ਆ? ਮੈਨੂੰ ਇਹ ਜ਼ਰੂਰ ਦੱਸਿਓ।
ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ ਸਾਡੇ ਕੋਲੇ 14th ਕੁਐਸਚਨ ਦੇ ਵਿੱਚ ਤੁਹਾਡੇ ਕੋਲੇ ਕੀ ਹੈ, ਅੱਜ ਅਧਿਆਪਕ ਵਿਦਿਆਰਥੀਆਂ ਨੂੰ ਅਵਖੇਪਨ ਕਿਰਿਆ ਲੈਬ ਵਿੱਚ ਸੋਡੀਅਮ ਸਲਫੇਟ ਤੇ ਬੇਰੀਅਮ ਕਲੋਰਾਈਡ ਦੇ ਘੋਲਾਂ ਨੂੰ ਮਿਲਾ ਕੇ ਸਮਝਾ ਰਹੇ ਸੀ। ਅਵਖੇਪਨ ਕਿਰਿਆ ਮਤਲਬ ਪ੍ਰੈਸੀਪੀਟੇਸ਼ਨ, ਠੀਕ ਹੈ, ਪ੍ਰੈਸੀਪੀਟੇਸ਼ਨ ਰਿਐਕਸ਼ਨ। ਜਦੋਂ ਕੋਈ ਦੋ ਚੀਜ਼ਾਂ ਨੂੰ ਮਿਕਸ ਕਰਦੇ ਆ ਤਾਂ ਫਟਾਫਟ ਪ੍ਰੈਸੀਪੀਟੇਟ ਆ ਜਾਂਦੇ ਨਾ, ਜਿੱਦਾਂ ਹੁਣੇ ਅਸੀਂ ਪੋਟਾਸ਼ੀਅਮ ਆਇਓਡਾਈਡ ਤੇ ਲੈਡ ਨਾਈਟ੍ਰੇਟ ਦਾ ਵੇਖਿਆ। ਤਾਂ ਕਹਿੰਦਾ ਪਿਆ ਜਦੋਂ ਟੀਚਰ ਨੇ ਕੀ ਕੀਤਾ, ਸੋਡੀਅਮ ਸਲਫੇਟ ਮਤਲਬ Na2SO4 ਔਰ ਨਾਲ ਕੀ ਕੀਤਾ, ਬੇਰੀਅਮ ਕਲੋਰਾਈਡ ਨੂੰ ਮਿਕਸ ਕੀਤਾ, ਤਾਂ ਤੁਹਾਡੇ ਕੋਲੇ ਕਿਹੋ ਜਿਹੇ ਪ੍ਰੈਸੀਪੀਟੇਟ ਆਏ। ਉਹ ਪੁੱਛਦਾ ਪਿਆ ਪ੍ਰੈਸੀਪੀਟੇਟਸ ਜਿਹੜਾ ਇੱਥੇ ਪ੍ਰੋਡਕਟ ਬਣਦਾ ਪਿਆ ਉਹਦਾ ਕਲਰ ਕਿੱਦਾਂ ਦਾ ਹੁੰਦਾ ਹੈ। ਪ੍ਰੈਸੀਪੀਟੇਟ ਹੁੰਦੇ ਆ, ਕਿੱਦਾਂ ਦਾ ਕਲਰ ਆਉਂਦਾ ਹੈ, ਤਾਂ ਤੁਹਾਨੂੰ ਪਤਾ ਹੈ ਕਿੱਦਾਂ ਦਾ ਕਲਰ ਆਉਂਦਾ ਹੈ, ਬਹੁਤ ਸੌਖਾ ਹੈ। ਇੱਥੇ ਤੁਹਾਡੇ ਕੋਲੇ ਵਾਈਟ ਪ੍ਰੈਸੀਪੀਟੇਟ ਆਉਂਦੇ ਨੇ। ਕਿਹਦੇ ਵਾਈਟ ਪ੍ਰੈਸੀਪੀਟੇਟ ਆਉਂਦੇ ਨੇ, ਬੇਰੀਅਮ ਸਲਫੇਟ ਦੇ ਵਾਈਟ ਪ੍ਰੈਸੀਪੀਟੇਟ ਆਉਂਦੇ ਨੇ, ਠੀਕ ਹੈ। ਨਾਲ ਕੀ ਬਣ ਜਾਂਦਾ, ਬੇਰੀਅਮ ਦੇ ਨਾਲ ਸਲਫੇਟ ਆ ਜਾਂਦਾ, ਸੋਡੀਅਮ ਦੇ ਨਾਲ ਕਲੋਰਾਈਡ ਆ ਜਾਂਦਾ। ਸੋਡੀਅਮ ਕਲੋਰਾਈਡ ਪਾਣੀ ਦੇ ਵਿੱਚ ਸੋਲੇਬਲ ਹੁੰਦਾ, ਉਹ ਨਹੀਂ ਸਾਨੂੰ ਦਿਖਦਾ। ਇੱਕਦਮ ਜਿੱਦਾਂ ਹੀ ਤੁਸੀਂ ਕੀ ਕਰਿਆ, ਟੈਸਟ ਟਿਊਬ ਲਈ ਹੋਈ, ਟੈਸਟ ਟਿਊਬ ਦੇ ਵਿੱਚ ਤੁਸੀਂ ਕੀ ਪਾਇਆ ਹੋਇਆ, ਸੋਡੀਅਮ ਸਲਫੇਟ ਪਾਇਆ ਹੋਇਆ, ਬੇਰੀਅਮ ਕਲੋਰਾਈਡ ਦੀ ਇੱਕ ਡ੍ਰੌਪ ਹੀ ਗਿਰਨੀ ਹੈ ਨਾ ਜਦੋਂ ਵਿੱਚ, ਇੱਕਦਮ ਕੀ ਹੋ ਜਾਣਾ ਤੁਹਾਡੇ ਕੋਲੇ ਸਾਰਾ ਇੱਕ ਕਲੀਅਰ ਸੋਲੂਸ਼ਨ ਹੁੰਦਾ ਸੋਡੀਅਮ ਸਲਫੇਟ ਦਾ, ਕਲੀਅਰ ਸੋਲੂਸ਼ਨ, ਠੀਕ ਹੈ। ਜਿੱਦਾਂ ਤੁਸੀਂ ਬੇਰੀਅਮ ਕਲੋਰਾਈਡ ਪਾਉਂਦੇ ਆ, ਇੱਕਦਮ ਤੁਹਾਡੇ ਕੋਲੇ ਸਾਰਾ ਸੋਲੂਸ਼ਨ ਕੀ ਹੋ ਜਾਂਦਾ, ਵਾਈਟ। ਤਾਂ ਕਿੱਦਾਂ ਦੇ ਪ੍ਰੈਸੀਪੀਟੇਟ ਬਣਦੇ ਆ ਤੁਹਾਡੇ ਕੋਲੇ, ਚਿੱਟੇ ਰੰਗ ਦੇ, ਠੀਕ ਹੈ ਜੀ। ਲਓ ਆਓ ਫਿਰ ਦੇਖਦੇ ਹਾਂ ਕੁਐਸਚਨ ਨੰਬਰ 15th। ਕੁਐਸਚਨ ਨੰਬਰ 15th ਦੇ ਵਿੱਚ ਤੁਹਾਡੇ ਕੋਲੇ ਕੀ ਹੈ, ਦੇਖੋ 15 ਦੇ ਵਿੱਚ ਤੁਹਾਨੂੰ ਕਹਿੰਦਾ ਪਿਆ ਕੱਲ ਸਾਇੰਸ ਜਮਾਤ ਵਿੱਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਬਾਰੇ ਸਮਝਾਇਆ ਗਿਆ। ਅੱਜ ਅਧਿਆਪਕ ਨੇ ਹਰਿੰਦਰ ਤੋਂ ਪੁੱਛਿਆ ਕਿ ਜੇ ਕੋਈ ਵਸਤੂ ਕਿਰਿਆ ਦੌਰਾਨ ਆਕਸੀਜਨ ਗਵਾ ਦਿੰਦੀ ਹੈ ਤਾਂ ਵਸਤੂ ਨੂੰ ਕੀ ਹੋਵੇਗਾ, ਠੀਕ ਹੈ ਜੀ। ਤੋ ਹੁੰਦਾ ਕੀ ਪਿਆ ਸੀਗਾ, ਤੁਹਾਡੇ ਟੀਚਰ ਨੇ ਸਪੋਜ਼ ਕਰ ਲਓ ਤੁਹਾਨੂੰ ਐਕਸਪਲੇਨ ਕੀਤਾ ਕਿ ਆਕਸੀਡੇਸ਼ਨ ਤੇ ਰਿਡਕਸ਼ਨ ਜਿਹੜੇ ਰਿਐਕਸ਼ਨਸ ਨੇ ਉਹਨਾਂ ਬਾਰੇ ਸਮਝਾਇਆ। ਫਿਰ ਜਦੋਂ ਵੀ ਕੋਈ ਟੀਚਰ ਸਮਝਾਉਂਦਾ ਆਕਸੀਡੇਸ਼ਨ ਤੇ ਰਿਡਕਸ਼ਨ ਬਾਰੇ, ਉਹ ਕੀ ਕਹਿੰਦਾ, ਉਹ ਕਹਿੰਦਾ ਦੇਖੋ ਮੰਨ ਲਓ ਤੁਹਾਡੇ ਕੋਲ A ਆ, ਹੈ ਨਾ, ਫਿਰ ਕੀ ਹੋਇਆ, ਜੇਕਰ ਇੱਥੇ ਆਕਸੀਡੇਸ਼ਨ ਹੁੰਦੀ ਹੋਊਗੀ ਤਾਂ A ਦੇ ਨਾਲ ਆਕਸੀਜਨ ਜੁੜ ਜੂਗੀ। ਮੰਨ ਲਓ ਤੁਹਾਡੇ ਕੋਲੇ B ਹੈ, ਠੀਕ ਹੈ, ਰਾਦਰ ਮੈਂ ਕਹਾਂ BO ਹੈ, ਤੇ ਉੱਤੇ ਕੀ ਹੁੰਦਾ ਪਿਆ, ਰਿਡਕਸ਼ਨ ਹੁੰਦੀ ਪਈ ਹੈ, ਲਘੂਕਰਨ ਹੁੰਦਾ ਪਿਆ, ਤੇ ਉੱਤੇ ਕੀ ਹੋ ਜਾਊਗਾ, B ਤੋਂ ਆਕਸੀਜਨ ਕੀ ਹੋ ਜੂਗੀ, ਨਿਕਲ ਜੂਗੀ। ਇੱਦਾਂ ਹੀ ਸਮਝਾਇਆ। ਤਾਂ ਹੁਣ ਉਹਨਾਂ ਨੇ ਵੀ ਤਾਂ ਇਹੀ ਪੁੱਛਿਆ ਕਿ ਦੱਸੋ ਅਗਰ ਕੋਈ ਸਬਸਟੈਂਸ, ਅਗਰ ਕੋਈ ਚੀਜ਼ ਆਪਣੇ ਚੋਂ ਆਕਸੀਜਨ ਬਾਹਰ ਕੱਢ ਦਿੰਦੀ ਹੈ ਉਹਨੂੰ ਕੀ ਕਹਿੰਦੇ ਆ, ਉਹਨੂੰ ਕੀ ਕਹਿੰਦੇ ਆ ਅਸੀਂ, ਰਿਡਕਸ਼ਨ। ਕੀ ਕਹਿੰਦੇ ਆ, ਰਿਡਕਸ਼ਨ। ਪੰਜਾਬੀ ਦੇ ਵਿੱਚ ਉਹਨੂੰ ਕੀ ਕਹਿੰਦੇ ਆ, ਲਘੂਕਰਨ। ਜਦੋਂ ਐਡ ਹੋ ਜਾਂਦੀ ਉਹਨੂੰ ਕੀ ਕਹਿੰਦੇ ਆ, ਆਕਸੀਕਰਨ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਕਰੀਏ, ਲਓ ਉਸ ਤੋਂ ਬਾਅਦ ਦੇਖੋ ਜੀ ਕੁਐਸਚਨ ਨੰਬਰ 16। ਕੁਐਸਚਨ ਨੰਬਰ 16 ਦੇ ਵਿੱਚ ਤੁਹਾਡੇ ਕੋਲੇ ਕੀ ਆਂਦਾ ਪਿਆ, ਕਹਿੰਦਾ ਪਿਆ ਹਰਲਾਜ ਆਪਣੇ ਘਰ ਵਿੱਚ ਪੁਰਾਣੇ ਪਏ ਲੋਹੇ ਦੇ ਪਾਈਪ ਨੂੰ ਹੱਥ ਲਾ ਕੇ ਉਸਨੇ ਕਲਾਸ 'ਚ ਲੋਹੇ ਨੂੰ ਜੰਗ ਲੱਗਣ ਬਾਰੇ ਪੜਿਆ ਸੀ। ਕੀ ਤੁਸੀਂ ਦੱਸ ਸਕਦੇ ਹੋ ਇਹ ਲੋਹੇ ਨੂੰ ਜੰਗ ਲੱਗਣਾ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਹੈ। ਤਾਂ ਕਹਿੰਦਾ ਪਿਆ ਜੋ ਹਰਲਾਜ ਹੈ ਨਾ, ਉਹਨੇ ਕੀ ਕਰਿਆ, ਉਹਨੇ ਆਪਣੇ ਕੋਈ ਘਰੇ ਆਇਰਨ ਪਾਈਪਸ ਪਈਆਂ ਸੀ ਪੁਰਾਣੀਆਂ, ਉਹਨਾਂ ਨੂੰ ਹੱਥ ਲਾ ਕੇ ਦੇਖਿਆ ਐਂਡ he just read about the rusting of iron in his class. What type of reaction is rusting of iron? Physical reaction, chemical reaction, bad reaction or Stirling reaction? ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਭੌਤਿਕ ਕਿਰਿਆ ਹੈ, ਰਸਾਇਣਿਕ ਕਿਰਿਆ ਹੈ, ਘਟੀਆ ਕਿਰਿਆ ਕਿ ਅਦਭੁਤ ਕਿਰਿਆ। ਕਿਹੋ ਜਿਹੀ ਕਿਰਿਆ ਇਹ, ਰਸਾਇਣਿਕ ਕੈਮੀਕਲ ਰਿਐਕਸ਼ਨ ਹੈ। ਤਾਂ ਅਸੀਂ ਕੀ ਕਰਾਂਗੇ, ਕੈਮੀਕਲ ਰਿਐਕਸ਼ਨ, ਠੀਕ ਹੈ। ਕੈਮੀਕਲ ਰਿਐਕਸ਼ਨ ਨੂੰ ਕੀ ਕਰਾਂਗੇ, ਟਿਕ ਕਰਾਂਗੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਹੈ ਨਜ਼ਮਾ ਇਜ਼ ਰੀਡਿੰਗ ਅਬਾਊਟ ਡਿਸਪਲੇਸਮੈਂਟ ਰਿਐਕਸ਼ਨ, ਫਾਈਂਡ ਆਊਟ ਦਾ ਡਿਸਪਲੇਸਮੈਂਟ ਰਿਐਕਸ਼ਨ ਅਮੰਗ ਦਾ ਫੋਲੋਇੰਗ। ਥੱਲੇ ਤੁਹਾਨੂੰ ਬਹੁਤ ਸਾਰੇ ਰਿਐਕਸ਼ਨ ਦਿੱਤੇ ਆ, ਡਿਸਪਲੇਸਮੈਂਟ ਰਿਐਕਸ਼ਨ ਕਿਹੜਾ ਹੋਊਗਾ। ਤੋ ਕੀ ਕਰ ਰਹੀ ਸੀ ਨਜ਼ਮਾ, ਅੱਜ ਵਿਸਥਾਪਨ ਕਿਰਿਆ ਬਾਰੇ ਪੜ੍ਹ ਰਹੀ ਸੀ। ਤਾਂ ਕਹਿੰਦਾ ਪਿਆ ਹੇਠ ਲਿਖਿਆਂ ਵਿੱਚੋਂ ਵਿਸਥਾਪਨ ਕਿਰਿਆ ਕਿਹੜੀ ਹੈ। ਵਿਸਥਾਪਨ ਦਾ ਮਤਲਬ ਕੀ ਹੁੰਦਾ, ਇੱਕ ਨੂੰ ਧੱਕਾ ਦੇ ਕੇ ਉਹਦੀ ਥਾਂ ਤੇ ਆ ਜਾਣਾ। ਤਾਂ ਪਹਿਲਾ ਹੀ ਰਿਐਕਸ਼ਨ ਦੇਖੋ ਧਿਆਨ ਦੇਣਾ, ਆਇਰਨ ਨੇ ਕਾਪਰ ਨੂੰ ਧੱਕਾ ਦੇ ਦਿੱਤਾ, ਵਿਸਥਾਪਨ ਕਰਤਾ, ਹੈ ਨਾ, ਤੇ ਆਪ ਉਹਦੀ ਥਾਂ ਤੇ ਚਲਾ ਗਿਆ ਤੇ ਕਾਪਰ ਨੂੰ ਪਾਸੇ ਕਰ ਦਿੱਤਾ। ਬਾਕੀ ਪੜਨ ਦੀ ਲੋੜ ਹੀ ਨਹੀਂ ਹੈ, ਇਹੀ ਤੁਹਾਡੇ ਕੋਲੇ ਕੀ ਹੈ, ਵਿਸਥਾਪਨ ਕਿਰਿਆ। ਤਾਂ ਅਸੀਂ ਕਿਹਨੂੰ ਟਿਕ ਕਰ ਦਾਂਗੇ, ਫਟਾਫਟ ਊੜੇ ਨੂੰ ਟਿਕ ਕਰ ਦੇਵਾਂਗੇ। 18th ਕੁਐਸਚਨ ਦੇਖੋ ਹੁਣ, the teacher is performing and explaining the electrical decomposition of water. Bubbles are formed on cathode and anode. In this reaction, which gas is formed on cathode? ਕੀ ਕਰਦਾ ਪਿਆ ਪੰਜਾਬੀ ਦੇ ਵਿੱਚ ਸਮਝੋ, ਕਹਿੰਦਾ ਵਾਟਰ ਹੈ, ਠੀਕ ਹੈ, ਪਾਣੀ ਹੈ, ਪਾਣੀ ਨੂੰ ਡੀਕੰਪੋਜ਼ ਵਿਘਟਨ ਕਰ ਰਿਹਾ ਇਹਦਾ,
ਤੇ ਬਣ ਰਿਹਾ ਤੁਹਾਡੇ ਕੋਲੇ ਹਾਈਡਰੋਜਨ ਤੇ ਆਕਸੀਜਨ। ਹੁਣ ਪਾਣੀ ਇਦਾਂ ਦਾ ਟੁੱਟਦਾ ਨਹੀਂ, ਸਾਡੇ ਕੋਲੇ ਗਲਾਸ ਦੇ ਵਿੱਚ ਪਾਣੀ ਪਿਆ, ਬੋਟਲ ਦੇ ਵਿੱਚ ਪਾਣੀ ਪਿਆ, ਉਹ ਇਦਾਂ ਤਾਂ ਨਹੀਂ ਟੁੱਟ ਰਿਹਾ ਨਾ। ਕੀ ਪਾਸ ਕਰਦੇ ਆ ਉਹਦੇ ਵਿੱਚੋਂ? ਕਰੰਟ ਪਾਸ ਕਰਦੇ ਆ, ਇਲੈਕਟ੍ਰਿਸਿਟੀ ਪਾਸ ਕਰਦੇ ਆ। ਹੁਣ ਇਲੈਕਟ੍ਰਿਸਿਟੀ ਪਾਸ ਕਰਨ ਦੇ ਨਾਲ ਤੁਹਾਡੇ ਕੋਲੇ ਦੋ ਗੈਸਿਸ ਬਣਦੀਆਂ, ਹਾਈਡਰੋਜਨ ਤੇ ਆਕਸੀਜਨ, ਹੈ ਨਾ। ਤਾਂ ਕਹਿੰਦਾ ਪਿਆ ਦੱਸੋ ਜੀ ਇਨ ਦਿਸ ਰਿਐਕਸ਼ਨ ਵਿਚ ਗੈਸ ਇਜ਼ ਫਾਰਮਡ ਐਟ ਕੈਥੋਡ। ਹੁਣ ਇੱਕ ਸ਼ਾਰਟਕਟ ਦੱਸਦੀ ਆ ਇਹਦਾ, ਠੀਕ ਹੈ। ਦੇਖੋ ਕੈਥੋਡ, ਕੈਥੋਡ ਵੱਲ ਕੌਣ ਜਾਂਦਾ ਹੈ? ਕੈਥੋਡ ਦਾ ਨਾਮ ਕਿੱਥੋਂ ਸਟਾਰਟ ਹੁੰਦਾ? ਸੀ ਤੇ। ਕੈਥੋਡ ਵੱਲ ਭੱਜ ਕੇ ਜਾਂਦੇ ਨੇ ਕੇਟਾਇਨ। ਕੇਟਾਇਨ ਮਤਲਬ ਜਿਨ੍ਹਾਂ ਤੇ ਜਮਾ ਦਾ ਚਾਰਜ ਹੁੰਦਾ, ਪਲੱਸ ਦਾ ਚਾਰਜ ਹੁੰਦਾ। ਜਦੋਂ ਪਾਣੀ ਟੁੱਟੂਗਾ ਤੁਹਾਡੇ ਕੋਲੇ ਕੀ ਬਣਾਊਗਾ? ਐਚ ਆਇਨਸ, ਤੇ ਨਾਲ ਦੀ ਨਾਲ ਕੀ ਬਣਾਊਗਾ ਤੁਹਾਡੇ ਕੋਲੇ? ਦੂਸਰੇ ਪਾਸੇ OH ਆਇਨ ਬਣਾਊਗਾ। ਇੰਨਾ ਤਾਂ ਸਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜਿੱਦਾਂ ਇਲੈਕਟ੍ਰਿਸਿਟੀ ਪਾਸ ਕਰਾਂਗੇ ਸਾਡੇ ਕੋਲੇ ਦੋ ਆ ਤਾਂ ਗੈਸਿਸ ਹੈ, ਪਰ ਇਲੈਕਟ੍ਰਿਸਿਟੀ ਪਾਸ ਕਰਨ ਤੇ ਜਦੋਂ ਇਹਨੇ ਆਇਨਸ ਦੇ ਵਿੱਚ ਟੁੱਟਣਾ ਨੇ, ਐਚ ਆਇਨ ਤੇ OH ਆਇਨ ਬਣਾਣੇ। ਹੁਣ ਕੈਟਾਇਨ ਕੌਣ ਹੈ? ਜਿਹ ਤੇ ਜਮਾ ਦਾ ਚਾਰਜ ਹੈ। ਐਨਾਇਨ ਕੌਣ ਹੈ? ਜਿਹ ਤੇ ਨੈਗੇਟਿਵ ਚਾਰਜ ਹੈ। ਹੁਣ ਕੈਥੋਡ ਵੱਲ ਭੱਜ ਕੇ ਕਿਹਨੇ ਜਾਣਾ? ਕੈਥੋਡ ਵੱਲ ਭੱਜ ਕੇ ਇਹਨੇ ਜਾਣਾ ਕੈਟਾਇਨ ਨੇ। ਕੈਟਾਇਨ ਕੌਣ ਹੈ ਇਹਨਾਂ ਦੋਨਾਂ ਦੇ ਵਿੱਚੋਂ? ਐਚ ਆਇਨ। ਇਹਦਾ ਮਤਲਬ ਐਚ ਆਇਨ ਇਹਦੇ ਵੱਲ ਭੱਜ ਕੇ ਜਾ ਰਹੇ ਨੇ, ਐਚ ਆਇਨ ਇਹਦੇ ਵੱਲ ਭੱਜ ਕੇ ਜਾ ਰਹੇ ਨੇ, ਤੇ ਇੱਧਰ ਕਿਹੜੀ ਗੈਸ ਨਿਕਲੂਗੀ? ਹਾਈਡਰੋਜਨ ਗੈਸ। ਹੁਣ ਬਾਈ ਚਾਂਸ ਤੁਹਾਨੂੰ ਪੁੱਛ ਲੈਂਦਾ ਐਨੋਡ ਤੇ। ਅੱਛਾ ਐਨੋਡ, ਐਨੋਡ ਦਾ ਨਾਮ ਕਿੱਥੋਂ ਸਟਾਰਟ ਹੁੰਦਾ ਤੁਹਾਡੇ ਕੋਲੇ? ਏ ਤੋਂ। ਐਨੋਡ ਦਾ ਨਾਮ ਏ ਤੋਂ ਸਟਾਰਟ ਹੁੰਦਾ। ਐਂਡ ਏ ਦਾ ਮਤਲਬ ਏ ਫॉर ਐਨਾਇਨ, ਏ ਫॉर ਐਨੋਡ। ਐਨਾਇਨ ਕਿੱਧਰ ਜਾਣਗੇ? ਭੱਜ ਕੇ ਐਨੋਡ ਵਾਲੇ ਪਾਸੇ, ਔਰ OH ਆਇਨ ਭੱਜ ਕੇ ਇੱਥੇ ਜਾਣਗੇ। ਤੇ OH ਆਇਨ ਕਿੱਧਰ ਚੇਂਜ ਹੁੰਦੇ ਨੇ? ਆਕਸੀਜਨ ਦੇ ਵਿੱਚ। ਤੇ ਇੱਥੇ ਕਿਹੜੀ ਗੈਸ ਰਿਲੀਜ਼ ਹੋਊਗੀ? ਆਕਸੀਜਨ। ਹੁਣ ਭੁੱਲਿਓ ਨਾ, ਠੀਕ ਹੈ, ਵਾਟਰ ਵਾਸਤੇ। ਔਰ ਤੁਹਾਨੂੰ ਪਤਾ ਲੱਗ ਗਿਆ ਕੈਥੋਡ ਵੱਲ ਕੌਣ ਜਾਂਦਾ? ਕੇਟਾਇਨ। ਐਨੋਡ ਵੱਲ ਕੌਣ ਜਾਂਦਾ? ਐਨਾਇਨ। ਅੱਛਾ ਜੀ, ਤਾਂ ਕਿਹੜੀ ਗੈਸ ਰਿਲੀਜ਼ ਹੋਊਗੀ ਐਟ ਕੈਥੋਡ? ਇਟ ਇਜ਼ ਹਾਈਡਰੋਜਨ। ਠੀਕ, ਹੋਰ ਕੋਈ ਗੈਸ ਵੱਲ ਦੇਖਣ ਦੀ ਲੋੜ ਨਹੀਂ ਹੈ। ਵੈਨ, ਅਗਲਾ ਦੇਖੋ, ਵੈਨ ਭੀਮ dissolved pellets of sodium hydroxide in water, he touched the beaker and found it hot. Can you tell which type of reaction is responsible for heating the beaker? ਲੋ ਪੰਜਾਬੀ ਦੇ ਵਿੱਚ ਕੀ ਕਹਿੰਦਾ ਪਿਆ ਕਿ ਭੀਮ ਨੇ ਇੱਕ ਬੀਕਰ ਲਿਆ, ਬੀਕਰ ਦੇ ਵਿੱਚ ਕੀ ਪਾਈਆਂ? ਸੋਡੀਅਮ ਹਾਈਡਰੋਕਸਾਈਡ ਦੀਆਂ ਪੈਲੇਟਸ ਪਾਈਆਂ, ਗੋਲੀਆਂ ਪਾਈਆਂ। ਫਿਰ ਉਹਨੇ ਕੀ ਕੀਤਾ? ਵਾਟਰ ਵੀ ਹੈ ਨਾਲ ਵਿੱਚ, ਠੀਕ ਹੈ, ਵਿੱਚ ਪਾਣੀ ਵੀ ਪਾਇਆ ਹੋਇਆ। ਜਿੱਦਾਂ ਹੀ ਉਹਨੇ ਇਹਨੂੰ ਸਟਰ ਕਰਨਾ ਸ਼ੁਰੂ ਕੀਤਾ, ਹਿਲਾਉਣਾ ਸ਼ੁਰੂ ਕੀਤਾ, ਬੀਕਰ ਨੂੰ ਹੱਥ ਲੱਗਾ ਹੋਇਆ ਸੀ ਉਹਦਾ, ਬੀਕਰ ਥੋੜਾ ਜਿਹਾ ਗਰਮ ਹੋ ਗਿਆ। ਇੰਨਾ ਨਹੀਂ ਗਰਮ ਹੁੰਦਾ ਕਿ ਤੁਹਾਡਾ ਹੱਥ ਸੜ ਜਾਏ, ਜਸਟ ਗਰਮ ਹੁੰਦਾ। ਤਾਂ ਬੀਕਰ ਗਰਮ ਹੋ ਗਿਆ। ਕਹਿੰਦਾ ਦੱਸੋ ਇਹ ਕਿਹੜਾ ਰਿਐਕਸ਼ਨ ਹੈ ਰਿਸਪੌਂਸਿਬਲ? ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਸੀ, ਹੈ ਨਾ, ਉਹਦੇ 'ਚ ਵੀ ਮੈਂ ਸੋਡੀਅਮ ਹਾਈਡਰੋਕਸਾਈਡ ਲੈ ਕੇ ਸਮਝਾਇਆ ਸੀ। ਤਾਂ ਇਹਦਾ ਆਨਸਰ ਤੁਸੀਂ ਦੋਗੇ ਕਿ ਇਹ ਤਾਪ ਨਿਕਾਸੀ ਹੈ, ਐਗਜ਼ੋਥਰਮਿਕ ਹੈ, ਜਾਂ ਕੋਈ ਹੋਰ ਹੈ। ਮੈਂ ਤੁਹਾਨੂੰ ਦੱਸ ਵੀ ਦਿੱਤਾ ਕਿਹੜੀ ਹੈ, ਠੀਕ ਆ। ਅੱਛਾ ਜੀ, ਲਾਸਟ ਕੁਐਸਚਨ ਦੇਖੋ। ਸਿਕੰਦਰ ਵਾਜ਼ ਰੀਡਿੰਗ ਅਬਾਊਟ ਦਾ ਡੀਕੰਪੋਜੀਸ਼ਨ ਰਿਐਕਸ਼ਨ, ਅਪਘਟਨ ਰਿਐਕਸ਼ਨ ਜਿਹੜੇ ਨੇ ਉਹ ਪੜ੍ਹਦੇ ਪਏ ਹੈ ਸਿਕੰਦਰ। ਹੀ ਰੈਡ ਇਨ ਦਾ ਕੁਐਸਚਨ ਦੈਟ ਵਾਈ ਡੀਕੰਪੋਜੀਸ਼ਨ ਰਿਐਕਸ਼ਨ ਇਜ਼ ਨੋਨ ਐਜ਼ ਦਾ ਆਪੋਜ਼ਿਟ। ਜਿਹੜਾ ਅਪਘਟਨ ਹੁੰਦਾ ਉਹ ਕਿਹਦਾ ਆਪੋਜ਼ਿਟ ਹੁੰਦਾ? ਜਦੋਂ ਚੀਜ਼ਾਂ ਜੁੜ ਜਾਂਦੀਆਂ ਨੇ, ਜਦੋਂ ਚੀਜ਼ਾਂ ਟੁੱਟਦੀਆਂ ਨੇ। ਡੀਕੰਪੋਜੀਸ਼ਨ ਦਾ ਮਤਲਬ ਕੀ ਹੈ? ਇੱਕ ਵੱਡੀ ਚੀਜ਼ ਸੀ, ਉਹ ਟੁੱਟ ਗਈ, ਹੈ ਨਾ। ਉਹ ਕਿਉਂ ਟੁੱਟ ਗਈ? ਉਹ ਅਲੱਗ ਰੀਜ਼ਨ ਹੈ। ਉਹ ਕਹਿੰਦਾ ਪਿਆ ਡੀਕੰਪੋਜੀਸ਼ਨ ਦਾ ਆਪੋਜ਼ਿਟ ਕੀ ਹੁੰਦਾ? ਕਿਹਦਾ ਆਪੋਜ਼ਿਟ ਆ? ਆਕਸੀਡੇਸ਼ਨ ਦਾ, ਪ੍ਰੈਸਿਪੀਟੇਸ਼ਨ ਦਾ, ਕੰਬੀਨੇਸ਼ਨ ਦਾ, ਡਬਲ ਡਿਸਪਲੇਸਮੈਂਟ ਦਾ। ਕਿਹਦਾ? ਡੀਕੰਪੋਜੀਸ਼ਨ ਕਿਹਦਾ ਆਪੋਜ਼ਿਟ ਹੈ? ਕੰਬੀਨੇਸ਼ਨ ਦਾ, ਹੈ ਨਾ, ਜੁੜਨ ਦਾ। तो ये क्वेश्चन भी बहुत सौखा है। तो ये ਤੁਹਾਡੇ सैंपल पेपर के ਜਿਹੜੇ 20 क्वेश्चंस हो गए हैं उन्होंने सॉल्व करना और बहुत 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 अच्छे तरीके ਦੇ ਨਾਲ ਤਿਆਰੀ करना। ऑल द वेरी बेस्ट।